ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। ਧਨ ਧਨ ਨੇ ਜਣੇਂਦੀਆਂ ਮਾਵਾਂ, ਜਿਨ੍ਹਾਂ ਦੇ ਬੱਚੇ ਨਾਮ ਜਪਦੇ। तेरी पन है खुदाए तू बखसंदगी, सेख फरीदा खैर दी जय बंदगी। सेख फरीदा खैर। वाहिगुरु 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 वाहिगुरु। 2 मिनट वास्ते सारी संगत सिमरन दी हाजरी लाओ जी। वाहिगुरु 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 वाहिगुरु। वाह प्रगट्यो मर्द अगमड़ा, बरियाम अकेला। वाहो वाहो गोबिंद सिंह आपे गुर चेला। वाहो वाहो गोबिंद सिंह। मेरे बाजा वाले शहनशाह तू जोत अगमी। 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 मेरे बाजा वाले शहनशाह तू जोत अगमी।
मेरे बाजा वाले शहनशाह तू जोत अगमी। तैं छत धर्म दी रख लई दे सिरां दी थम्मी। छत धर्म दी रख लई दे सिरां दी थम्मी। सत धर्म दी रख लई दे सिरां दी थम्मी। हाँ सत धर्म दी रख लई दे सिरां दी थम्मी। तैं सत धर्म दी रख लई दे सिरां दी थम्मी। तैं सत धर्म दी रख लई दे सिरां दी थम्मी। तेरे वर्गा पुत्र कोई जम लवे। तेरे वर्गा पुत्र कोई जम लवे माँ अजे ना जमी। तेरे वर्गा पुत्र कोई जम लवे माँ अजे ना जमी। तेरे वर्गा पुत्र कोई जम लवे माँ अजे ना जमी। हाँ तेरे वर्गा पुत्र कोई जम लवे माँ अजे ना जमी। तेरे वर्गा पुत्र कोई जम लए माया दे ना जमी। तेरे वर्गा पुत्र कोई जम लए माया दे ना जमी। तेरे बाजा वाले शहनशाह तू जोत अगमी। मेरे बाजा वाले शहनशाह तू जोत अगमी। मेरे बाजा वाले शहनशाह तू जोत अगमी। बाजा वाले शहनशाह तू जोत अगमी। मेरे बाजा वाले शहनशाह तू जोत अगमी। मेरे बाजा वाले शहनशाह तू जोत अगमी। वाह प्रगट्यो मर्द अगमड़ा बलराम अकेला। बाहो बाहो गोविंद सिंह आपे गुर चेला। परम सन्मानयोग जुग जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हो, आओ सब तो पहला सतगुरु जी की बख्शिश दोहराइए। प्यार सत्कार और शरधा दे नाल सब माई भाई दोवें हथ जोड़ के सतगुरु जी नूं सीस झुका के आखो जी वाहिगुरु जी का खालसा वाहिगुरु जी की फतेह। सतगुरु जी की रहमत होई श्री अमृतसर साहिब जिले का नगर डल्ला मल्लियां, जिथे के संगत वालों रल मिल करके साहिबे कमाल धन धन श्री गुरु गोबिंद सिंह महाराज उन्हां दे चारे साहिबजादे अते माता गुजर कौर जी समूह शहीदां ਸਿੰਘਾਂ ਦੀ याद ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਧੰਨ श्री गुरु ग्रंथ साहिब पातशाह ਦੀ ਅੰਮ੍ਰਿਤਮਈ ਬਾਣੀ ਦੇ ਪਾਠ ਪ੍ਰਕਾਸ਼ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਪਹਿਲਾਂ ਪੈ ਚੁੱਕੇ ਨੇ ਤੇ ਹੁਣ ਕੁਝ ਸਮਾਂ ਗੁਰੂ ਘਰ ਦੀ ਵਿਚਾਰ, ਗੁਰ ਇਤਿਹਾਸ, ਗੁਰਬਾਣੀ ਦੇ ਕੀਰਤਨ ਨਾਲ ਆਪਾਂ ਜੁੜਨਾ ਹੈ। साध संगत जी महाराज कहते हैं, मेरे माधव जी सत संगत मिले सो तरिया, गुर प्रसाद परम पद पाया, सूके काष्ट हरिया। कहते हे मेरे प्यारे हो गुर सिखो,
ਜਿਹੜੇ ਜਿਹੜੇ ਵੀ ਸੱਚ ਦੀ ਸੰਗਤ ਕਰਦੇ ਐ, ਸੱਚ ਨਾਲ ਜੁੜਦੇ ਐ, ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਐ। ਕਿਸੇ ਵੀ ਕਾਰਜ ਵਿੱਚ ਵਿਘਨ ਨਹੀਂ ਪੈਂਦਾ। ਜ਼ਿੰਦਗੀ ਦਾ ਮਨੋਰਥ ਵੀ ਪੂਰਾ ਹੁੰਦਾ ਹੈ। ਸੱਚ ਦੇ ਸਾਹ ਰਾਹ ਤੇ ਚੱਲਣ ਵਾਲਾ ਸਦਾ ਵਾਸਤੇ ਅਮਰ ਹੋ ਜਾਂਦਾ ਗੁਰਮੁਖ। ਜਦੋਂ ਗੁਰੂ ਸਾਹਿਬ ਦੇ ਚਰਨੀ ਲੱਗ ਜਾਈਏ ਤਾਂ ਗੁਰਮੁਖੋ ਬਖਸ਼ਿਸ਼ਾਂ ਐਸੀਆਂ ਹੁੰਦੀਆਂ, ਪਾਤਸ਼ਾਹ ਕਹਿੰਦੇ ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ। ਆਖੋ ਸਤਨਾਮ। ਗੁਰ ਪ੍ਰਸਾਦ ਪਰਮ ਪਦ ਪਾਇਆ। ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਦੀ ਬਖਸ਼ਿਸ਼ ਜਦੋਂ ਹੁੰਦੀ ਹੈ, ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ। ਤੇ ਆਪਾਂ ਵੀ ਇਤਿਹਾਸ ਪੜ੍ਹਦੇ ਹਾਂ, ਜਦੋਂ ਪਤਾ ਲੱਗਦਾ ਹੈ ਰਾਜੇ ਮਹਾਰਾਜੇ ਜ਼ੁਲਮ ਕਰਦੇ ਸੀ ਬਹੁਤ ਗੁਰਮੁਖ। ਇਹ ਦੇਸ਼ ਕੌਮ ਅਤਿਆਚਾਰ ਬਹੁਤ ਹੁੰਦਾ ਸੀ। ਧੀਆਂ ਭੈਣਾਂ ਤੇ ਜ਼ੁਲਮ ਹੁੰਦਾ ਸੀ। ਜ਼ਾਲਮ ਜਰਬਾਨੇ ਚੁੱਕ ਚੁੱਕ ਕੇ ਲੈ ਜਾਂਦੇ ਸੀ। ਕਿਸੇ ਦੀ ਕੋਈ ਪੁਕਾਰ ਨਹੀਂ ਸੀ ਸੁਣੀ ਜਾਂਦੀ ਗੁਰਮੁਖ। ਜੇ ਕੋਈ ਆਵਾਜ਼ ਉਠਾਉਂਦਾ ਸੀ ਕਿ ਜ਼ੁਲਮ ਨਾ ਕਰੋ, ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਸੀ। ਉਦਾਹਰਣ ਦੇ ਤੌਰ ਤੇ ਕੁਛ ਆਪ ਜੀ ਨੂੰ ਇਤਿਹਾਸ ਸਾਹਮਣੇ ਲਿਆਵਾਂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਿਸੇ ਦਾ ਕੁਛ ਲੁੱਟਿਆ ਤਾਂ ਨਹੀਂ ਸੀ ਉਹਨਾਂ ਨੇ, ਕਿਸੇ ਦਾ ਕੁਛ ਖੋਇਆ ਨਹੀਂ ਸੀ ਗੁਰਮੁਖੋ, ਕਿਸੇ ਨੂੰ ਮੰਦਾ ਨਹੀਂ ਸੀ ਬੋਲਦੇ, ਸੱਚ ਤੇ ਪਹਿਰਾ ਦਿੰਦੇ ਸੀ, ਸੱਚੀ ਗੱਲ ਕੀਤੀ। ਫਿਰ ਵੀ ਗੁਰਮੁਖ ਪਿਆਰਿਓ ਦੇਖੋ ਕਿੰਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤੱਤੀ ਤਵੀ ਤੇ ਬਿਠਾਇਆ, ਸੀਸ ਵਿੱਚ ਤੱਤਾ ਰੇਤਾ ਵੀ ਪਾਇਆ ਗੁਰਮੁਖ। ਉਬਲਦੀ ਦੇਗ ਵਿੱਚ ਵੀ ਉਬਾਲਿਆ। ਜੇ ਸਾਡੇ ਗੁਰੂਆਂ ਨਾਲ ਆ ਕੁਝ ਹੋ ਸਕਦਾ ਹੈ ਤੇ ਆਪਾਂ ਕਿਸੇ ਦੇ ਕੀ ਲੱਗਦੇ ਸੀ ਗੁਰਮੁਖ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਭਾਈ ਕਿੰਨਾ ਕੁ ਚਿਰ ਇਹਨਾਂ ਦਾ ਆਪਾਂ ਜ਼ੁਲਮ ਸਹਿੰਦੇ ਰਹਾਂਗੇ। ਮਰਦਾਂ ਦੇ ਤਾਈਂ ਕੌਮਾਂ ਦੀ ਤਕਦੀਰ ਬਣਾਉਣੀ ਪੈਂਦੀ ਏ। ਜਦ ਹੱਦ ਜ਼ੁਲਮ ਦੀ ਹੋ ਜਾਵੇ ਫਿਰ ਮਾਲਾ ਰੱਖ ਕੇ ਤੇ ਸੱਜਣੋ ਸ਼ਮਸ਼ੀਰ ਉਠਾਉਣੀ ਪੈਂਦੀ। ਉਦੋਂ ਪਹਿਲਾਂ ਜ਼ਬਰ ਜ਼ੁਲਮ ਨੂੰ ਰੋਕਣ ਵਾਸਤੇ ਸਿਰਫ ਭਗਤਾਂ ਨੇ ਭਗਤੀ ਕੀਤੀ। ਪੰਚਮ ਪਾਤਸ਼ਾਹ ਤੱਕ ਭਗਤੀ ਤੇ ਪ੍ਰਚਾਰ ਕੀਤਾ ਗਿਆ। ਤਾਂ ਗੁਰਮੁਖ ਪਿਆਰਿਓ ਛੇਵੇਂ ਪਾਤਸ਼ਾਹ ਨੇ ਫਿਰ ਸ੍ਰੀ ਸਾਹਿਬਾਂ ਪਹਿਨਾਈਆਂ ਸੀ। ਉਦੋਂ ਬਾਅਦ ਫਿਰ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ, ਫਿਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਉਹਨਾਂ ਨੇ ਵੀ ਗੁਰਮੁਖ ਪਿਆਰਿਓ ਭਗਤੀ ਤੇ ਜ਼ੋਰ ਦਿੱਤਾ। ਪਰ ਨੌਵੇਂ ਪਾਤਸ਼ਾਹ ਵੇਲੇ ਔਰੰਗਜ਼ੇਬ ਨੇ ਜ਼ੁਲਮਾਂ ਦੀ ਹੱਦ ਹੀ ਮੁਕਾਤੀ ਗੁਰਮੁਖ। ਇੱਥੋਂ ਤੱਕ ਉਤਰ ਆਇਆ, ਕਹਿੰਦਾ ਕੋਈ ਹੋਰ ਨਹੀਂ ਹੋਣਾ ਚਾਹੀਦਾ, ਇੱਥੇ ਸਿਰਫ ਇਸਲਾਮ ਦਾ ਬੋਲਬਾਲਾ ਹੋਵੇ, ਮੇਰਾ ਹੀ ਹੁਕਮ ਚੱਲੇ। 3 ਭਰਾਵਾਂ ਦਾ ਕਤਲ ਕਰਵਾਇਆ, ਪਿਓ ਨੂੰ ਵੀ ਜੇਲ੍ਹ 'ਚ ਰੱਖ ਕੇ ਭੁੱਖਾ ਧਿਆਇਆ ਮਾਰਤਾ। ਸ਼ਰਮਦ ਵਰਗੇ ਫਕੀਰ, ਹਾਲਾਂਕਿ ਉਹ ਮੁਸਲਮਾਨ ਸੀ ਪਰ ਸੱਚ ਕਹਿੰਦੇ ਸੀ ਗੁਰਮੁਖ, ਉਹਨਾਂ ਨੂੰ ਵੀ ਅਨੇਕਾਂ ਤਸੀਹੇ ਦਿੱਤੇ। ਜਿਉਂਦੇ ਦੀ ਪੁੱਠੀ ਖੱਲ ਲਾਤੀ ਗੁਰਮੁਖ। ਫਿਰ ਕਹਿੰਦਾ ਹਿੰਦੂਆਂ ਦੇ ਮੰਦਰ ਢਾਹੋ, ਮਸੀਤਾਂ ਬਣਾਓ ਸਾਰੇ।
ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਹਿੰਦੂ ਵੀਰਾਂ ਨੇ ਆ ਕੇ ਪੁਕਾਰ ਕੀਤੀ। ਮੇਰੇ ਸਤਿਗੁਰ ਉਹਨਾਂ ਦੀ ਪੁਕਾਰ ਸੁਣ ਕੇ ਔਰੰਗਜ਼ੇਬ ਨੂੰ ਸਮਝਾਉਣ ਗਏ ਸੀ, ਪਰ ਉਹ ਅੱਗੋਂ ਕਹਿੰਦਾ ਤੁਸੀਂ ਹਿੰਦੂਆਂ ਦੀ ਗੱਲ ਛੱਡੋ, ਤੁਸੀਂ ਮੁਸਲਮਾਨ ਹੋਵੋ। ਜੇ ਤੁਹਾਨੂੰ ਮੁਸਲਮਾਨ ਬਣਾ ਲਿਆ, ਜਿਹੜੇ ਤੁਹਾਡੇ ਨਾਲ ਮੰਗਰ ਚੱਲਣ ਵਾਲੇ ਆ ਉਹ ਤਾਂ ਆਪੇ ਹੀ ਬਣ ਜਾਣਗੇ। ਮਹਾਰਾਜ ਕਹਿੰਦੇ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ, ਉਵੇਂ ਸਭ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ। ਜੇ ਔਰੰਗਜ਼ੇਬ ਤੂੰ ਜ਼ੁਲਮ ਕਰਨ ਤੋਂ ਨਾ ਹਟਿਆ ਨਾ, ਇਹਦੇ ਨਤੀਜੇ ਗਲਤ ਹੋਣਗੇ। ਕਹਿੰਦਾ ਕੁਛ ਗਲਤ ਨਹੀਂ ਹੁੰਦਾ, ਮੈਂ ਹਿੰਦੂ ਮੁਸਲਮਾਨ ਦੋਵਾਂ ਧਰਮਾਂ ਨੂੰ ਇੱਕ ਬਣਾਉਣਾ ਚਾਹੁੰਦਾ। ਮੇਰੇ ਸਤਿਗੁਰ ਕਹਿੰਦੇ ਤੂੰ ਤਾਂ ਦੋ ਧਰਮਾਂ ਨੂੰ ਇੱਕ ਬਣਾਉਣਾ ਚਾਹੁੰਦਾ ਏ, ਮੈਨੂੰ ਤੀਜੇ ਦੇ ਵੀ ਹੁੰਦੇ ਦਿਸਣ ਤਿਆਰੇ। ਹਟ ਜਾ, ਜ਼ੁਲਮ ਨਾ ਕਰ। ਪਰ ਕਿੱਥੇ ਮੰਨਦਾ? ਆਖਰਕਾਰ ਤੁਹਾਨੂੰ ਪਤਾ ਹੈ, ਸਤਿਗੁਰ ਨੂੰ ਕਹਿੰਦਾ ਜਾਂ ਤਾਂ ਇਸਲਾਮ ਚ ਆ ਜਾਓ, ਜਾਂ ਕਰਾਮਾਤ ਦਿਖਾ ਦਿਓ, ਤੇ ਜਾਂ ਫਿਰ ਮੌਤ ਕਬੂਲ ਕਰ ਲਓ। ਤੇ ਪਾਤਸ਼ਾਹ ਕਹਿੰਦੇ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਔਰੰਗਜ਼ੇਬ, ਨਾ ਅਸੀਂ ਕਿਸੇ ਨੂੰ ਡਰਾਉਂਦੇ ਆ, ਨਾ ਹੀ ਕਿਸੇ ਤੋਂ ਡਰਦੇ ਆ। ਮੌਤ ਦਾ ਡਰਾਵਾ ਸਾਨੂੰ ਖੁਸ਼ੀ ਨੂੰ ਦੇ। ਇੱਥੇ ਤਾਂ ਗੁਰੂ ਨਾਨਕ ਪਾਤਸ਼ਾਹ ਪਹਿਲੇ ਲਿਖ ਗਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਸਾਡੇ ਵੱਡੇ ਵਡੇਰੇ ਇਦਾਂ ਕਹਿੰਦੇ ਨੇ ਤੇ ਸਾਨੂੰ ਮੌਤ ਦਾ ਡਰਾਵਾ ਦੇਣਾ। ਕਹਿੰਦਾ ਦੇਖਦੇ ਆ ਫਿਰ ਗੁਰੂ ਜੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਵਾਸਤੇ ਗੁਰੂ ਕੇ ਪਿਆਰੇ ਸਿੱਖ ਭਾਈ ਮਤੀ ਦਾਸ ਨੂੰ ਗੁਰਮੁਖੋ ਆਰੇ ਨਾਲ ਚੀਰਿਆ ਸੀ। ਸਤੀ ਦਾਸ ਜੀ ਨੂੰ ਜਿਉਂਦੇ ਨਹੀਂ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਇੱਕ ਦੇਗ ਵਿੱਚ ਉਬਾਲਿਆ। ਮੇਰੇ ਸਤਿਗੁਰ ਫੇਰ ਵੀ ਨਾ ਡੋਲੇ। ਆਖਰਕਾਰ ਗੁਰੂ ਤੇਗ ਬਹਾਦਰ ਜੀ ਨੂੰ ਵੀ ਚਾਂਦਨੀ ਚੌਕ ਦੇ ਵਿੱਚ ਬਿਠਾ ਕੇ ਸਭ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਧੜ ਨਾਲੋਂ ਸਿਰ ਵੱਖ ਕੀਤਾ ਹੈ। ਹੁਣ ਸੋਚੋ ਕਿੱਦਾਂ ਦੇ ਸੀ ਜ਼ਾਲਮ ਰਾਜੇ, ਨਾ ਆਪਣਿਆਂ ਦੇ ਬਣੇ ਨਾ ਗੁਰੂਆਂ ਪੀਰਾਂ ਨੂੰ ਬਖਸ਼ਿਆ, ਤੇ ਆਪਾਂ ਉਹਨਾਂ ਦੇ ਕੀ ਲੱਗਦੇ ਸੀ ਗੁਰਮੁਖੋ। ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ, ਭਾਈ ਜੈਤਾ ਜੀ ਸੀਸ ਲੈ ਕੇ ਆਏ ਸ਼੍ਰੀ ਅਨੰਦਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਾਤੀ ਨਾਲ ਲਾ ਕੇ ਕਿਹਾ, ਰੰਗਰੇਟਾ ਗੁਰੂ ਕਾ ਬੇਟਾ। ਨਾਲੇ ਪੁੱਛਿਆ, ਕਹਿੰਦੇ ਜੈਤੇ ਆਏ ਦੱਸ ਐਡਾ ਵੱਡਾ ਜ਼ੁਲਮ ਹੋ ਗਿਆ। ਸਾਡੇ ਪਿਤਾ ਗੁਰੂ ਤੇਗ ਬਹਾਦਰ ਨੇ ਜਿਵੇਂ ਹਿੰਦੂਆਂ ਤੇ ਜ਼ੁਲਮ ਹੁੰਦਾ ਸੀ ਆਵਾਜ਼ ਉਠਾਈ ਵੀ ਜ਼ੁਲਮ ਨਾ ਕਰੋ। ਜਦੋਂ ਗੁਰੂ ਤੇਗ ਬਹਾਦਰ ਤੇ ਜ਼ੁਲਮ ਹੁੰਦਾ ਸੀ ਕੋਈ ਬੋਲਿਆ ਨਹੀਂ, ਉੱਥੇ ਕਿਸੇ ਨੇ ਆਵਾਜ਼ ਨਹੀਂ ਉਠਾਈ, ਕੋਈ ਸਿੱਖ ਹੈ ਨਹੀਂ ਸੀ। ਭਾਈ ਜੈਤਾ ਜੀ ਕਹਿੰਦੇ ਸਤਿਗੁਰ ਕੀ ਪਤਾ ਲੱਗਦਾ ਹੈ, ਹੋਣਗੇ ਤਾਂ ਜ਼ਰੂਰ, ਪਰ ਮੈਨੂੰ ਨਹੀਂ ਦਿਸਿਆ ਜਿਹਨੂੰ ਕਹਿ ਸਕਾਂ ਵੀ ਆ ਸਿੱਖ ਹੈ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਕਹਿੰਦੇ ਜੈਤਿਆ ਲੈ ਯਾਦ ਰੱਖੀ, ਸਮਾਂ ਆਏਗਾ ਆਪਾਂ ਐਸਾ ਖਾਲਸਾ ਸਾਜਾਂਗੇ ਜਿਹੜਾ ਲੱਖਾਂ ਕਰੋੜਾਂ ਵਿੱਚੋਂ ਵੱਖਰਾ ਦਿਸਿਆ ਕਰੂ। ਤਾਂ ਗੁਰਮੁਖ ਪਿਆਰਿਓ ਖਾਲਸਾ ਪੰਥ ਦੀ ਸਾਜਨਾ ਕੀਤੀ। ਪਾਤਸ਼ਾਹ ਕਹਿੰਦੇ ਖਾਲਸੇ ਵਿੱਚ ਐਸਾ ਜਜ਼ਬਾ ਭਰ ਦਿਆਂਗੇ, ਜਿੱਥੇ ਵੀ ਕਿਤੇ ਜ਼ੁਲਮ ਹੋਊ ਇਹ ਆਵਾਜ਼ ਉਠਾਇਆ ਕਰਨਗੇ। ਅੱਜ ਜਿਹੜੇ ਆ ਧਰਨੇ ਮੁਜ਼ਾਹਰੇ ਲਾਉਨੇ ਹੋ ਨਾ, ਇਹ ਕਿਹਨੇ ਲੱਗਣ ਦੇਣੇ ਸੀ ਗੁਰਮੁਖ? ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ, ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕਰ ਗਏ। ਇਹ ਜਿਹਾ ਜਜ਼ਬਾ ਭਰਤਾ, ਨਾ ਜ਼ੁਲਮ ਕਰਦੇ ਆ ਤੇ ਨਾ ਜ਼ੁਲਮ ਸਹਿਨੇ ਆ ਗੁਰਮੁਖ। ਤਾਕਤ ਮਹਾਰਾਜ ਨੇ ਐਸੀ ਪਾਈ, ਧੰਨ ਧੰਨ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਹੀ ਲੜਦੇ ਰਹੇ ਗੁਰੂ। ਇਹ ਅੰਮ੍ਰਿਤ ਦੀ ਤਾਕਤ ਸੀ।
मौत नूं तां जाने ही कुछ नहीं गुरमुखो। पता है भी जो आया सो चल सी, सब कोई आई वारी है। पर सिख कहंदे हुंदे, कहंदे नाल महाराज ये भी कह गए, जिसके जी प्राण है क्यों साहिब मनों विसारी है। जिन्हें शरीर दिता, श्वास दिते, उन्होंने क्यों भुल्लीए। ते जिन्ना भी अत्याचार होया, जुल्म होया सिख कौम ते, वो इसे करके होया। जिन्हों भी तसीहे दिते, उन्होंने ये कहा सी भी तैनूं छड्ड देंगे, तू कह दे मैं सिख नहीं हाँ। ते अज खिमा करियो, धन भाग उन्हां परिवारां दे जिन्हां ने गुरसिੱਖੀ नूं संभालिया। केस दाढ़ियां दा सत्कार है, बाणी पढ़दे है, अमृत धारी ने परिवार सच्ची किरत करदे है, धन भाग उन्हां दे। पर कुछ वो भी ने ਜਿਹੜੇ ਐਡੀਆਂ ਐਡੀਆਂ ਗੁਰੂ ਸਾਹਿਬਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਆ। ਗੁਰੂ ਅੰਮ੍ਰਿਤ ਨਹੀਂ ਛਕਦੇ, ਕੇਸ ਦਾੜੀਆਂ ਕਤਲ ਕਰਾਈ ਜਾਂਦੇ ਐ, ਬਾਣੀ ਨਹੀਂ ਪੜਦਾ ਗੁਰਮੁਖੋ, ਕੋਈ ਸੱਚੀ ਕਿਰਤ ਨਹੀਂ ਕਰਦੇ, ਬੇਈਮਾਨੀਆਂ ਹਰ ਵੇਲੇ। ਮਾੜੀ ਗੱਲ ਹੈ ਗੁਰਮੁਖੋ। ਆਪਣਾ ਵਿਰਸਾ ਸੰਭਾਲੋ, याद रखियो तेरे पीछे घर किसे अपना लुटाया है, सारा जग छड्ड तैनू गल नाल लाया है। सिखां नू भी, हिंदुआं नू भी, मुसलमानां नू भी गुरु घर दा सत्कार जरूर करना चाहिए, क्योंकि हिंदुआं दे मंदिर नहीं सी रहने जे गुरु तेग बहादुर पातशाह कुर्बानी ना करदे। गुरु ते सिखो, जे गुरु तेग बहादुर महाराज नूं औरंगजेब डरा लैंदा, वो मुसलमान बना लैंदा, ते सिखां ने भी मंगरी जाना सी। कित्थों आपां अपने पिता दी गोद दा निग मान लैंदे जे गुरु तेग बहादुर कुर्बानी ना करदे। आ बच्चियां नूं माईयां गोदियां च लई बैठीਆਂ। अज जे कमाई करके पढ़ा लिखा रहे हो, बच्चियां नूं लाड लडाउने हो ना, ये भी साडे ਸਿੰਘਾਂ सूरवीरां ने कुर्बानियां कर करके आपां नूं आज़ादी दित्ती है। नहीं तो मीर मन्नू का इतिहास पढ़ते ही हो, किद्दां घरां चों चुक चुक लै जांदे बीबियां नूं, बच्चियां दे टोटे अखां दे सामने करने, भुखे तिहाए रखना, इदां दा जुल्म हुंदा सी। गुरमुख याद करया करो अपना इतिहास, पिछोकड़ ना भुल्लो। जे इतिहास पढ़ोगे, पिछोकड़ पढ़ोगे, तां कहांगे भी शुक्र है महाराज दा, जिन्हां दी किरपा नाल अज घरां विच बैठे हैं। ते जे सानू पता ही नहीं भी आ दातां किहदे करके सानू मिलियां, आज़ादी मिली, फिर कित्थों शुक्र होऊ। गुरमुख ये तां ऐसी खेड महाराज ने वरताई, अमृत दा वाटा तैयार करके दिता है। बाणी बाणा बख्शिश कर गए तां गुरमुख प्यारिओ, तां अज कहने आ, पंज कुट पी के तेरे बाटे विचों अमृत, पंज कुट पी के तेरे बाटे विचों अमृत, उंगलां ते मौत नूं नचावे तेरा खालसा, उंगलां ते मौत नूं नचावे तेरा खालसा, उंगलां ते मौत नूं नचावे तेरा खालसा। पंज कुट पी के तेरे बाटे विचों अमृत, पंज कुट पी के तेरे बाटे विचों अमृत, उंगलां ते मौत नूं नचावे तेरा खालसा, उंगलां ते मौत नूं नचावे तेरा खालसा। एक मुट्ठी शाक तेरे लंगरां चों छोले आंदी, एक मुट्ठी शाक तेरे लंगरां चों छोले आंदी, मस्त होए हाथियां नूं ढावे तेरा खालसा, मस्त होए हाथियां नूं ढावे तेरा खालसा। तेरे दर दियां ये
ਬੋਕਰਾਂ ਨੂੰ ਰਾਜ ਜਾਣੇ ਕਰਦੀਆਂ ਇਹ ਬੋਕਰਾਂ ਨੂੰ ਰਾਜ ਜਾਣੇ ਬੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ ਬੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ ਬੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ ਬੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ। ਐਸੀ ਕਿਰਪਾ ਏ ਅੰਮ੍ਰਿਤ ਦੀ ਤਾਕਤ ਹੈ ਗੁਰਮੁਖ। ਅੰਮ੍ਰਿਤ ਛਕੋ ਸਿੰਘ ਸਜੋ ਫਿਰ ਪਤਾ ਲੱਗਦਾ ਇਹਦੇ ਵਿੱਚ ਤਾਕਤ ਕੀ ਹੈ। ਆਖੋ ਸਤਨਾਮ। ਗੁਰਮੁਖੋ ਕਿਣਕਾ ਇਸ ਦਾ ਪਿਆ ਜੇ ਕਲਰਾਂ ਤੇ ਉਥੇ ਖੇਡਾਂ ਬਸੰਤ ਰਚਾਈਆਂ ਨੇ ਸੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ। ਅੰਮ੍ਰਿਤ ਤਾਂ ਇੱਕ ਐਸੀ ਚੀਜ਼ ਹੈ ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ ਪੈਰ ਸ਼ੇਰਾਂ ਦੇ ਉਹਨਾਂ ਥੜਕਾ ਦਿੱਤੇ ਧੋਤੀ ਵਾਲਿਆ ਬਾਣੀਆਂ ਨੇ ਛਕਿਆ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ। ਇਹ ਅੰਮ੍ਰਿਤ ਦੀ ਤਾਕਤ ਸੀ। ਆ ਜਿਹੜੇ ਦਿਨ ਚੱਲ ਰਹੇ ਐ ਧੰਨ ਧੰਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਅੱਜ ਸ਼ਹਾਦਤ ਦਾ ਦਿਨ ਹੈ ਗੁਰੂ। ਖਾਸ ਕਰਕੇ ਬੀਬੀਆਂ ਨੂੰ ਬੇਨਤੀ ਹੈ ਮਾਤਾ ਗੁਜਰ ਕੌਰ ਜੀ ਦਾ ਇਤਿਹਾਸ ਜ਼ਰੂਰ ਪੜ੍ਹਿਆ ਕਰੋ ਫਿਰ ਪਤਾ ਲੱਗਦਾ ਵੀ ਧਰਮ ਕਿੱਦਾਂ ਨਿਭਾਈਦਾ ਹੈ। ਕੱਲਾ ਇਹ ਨਹੀਂ ਵੀ ਧੀ ਜੰਮ ਲਈ ਬਗਾਨੇ ਘਰ ਜਾਣਾ ਕਹਿ ਕੇ ਪਾਲ ਲਈ ਦਾਜ ਦਹੇਜ ਦੇਤਾ ਵਿਆਹਤੀ ਬੱਚੇ ਪੜ੍ਹਾ ਲਿਖਾ ਤੇ ਵੱਧ ਤੋਂ ਵੱਧ ਆਹੀ ਕੁਛ ਕਰਦੇ ਆਪਾਂ ਘਰ-ਬਾਰ ਬਣਾਤਾ ਇੰਨੇ ਕਹਾਣੀ ਸਰਨਾ ਗੁਰਮੁਖੋ। ਠੀਕ ਹੈ ਸੰਸਾਰਕ ਫਰਜ਼ ਨਿਭਾਓ ਪਰ ਕਦਰ ਸਾਡੀ ਤਾਂ ਪੈਣੀ ਹੈ ਸਤਕਾਰ ਸਾਡਾ ਤਾਂ ਹੋਣਾ ਹੈ ਜੇ ਸਭ ਕੁਝ ਕਰਦਿਆਂ ਹੋਇਆਂ ਅਸੀਂ ਧਰਮ ਵਿੱਚ ਪਰਪੱਕ ਰਹਾਂਗੇ ਗੁਰੂ। ਧੰਨ ਮਾਤਾ ਗੁਜਰ ਕੌਰ ਜੀ 9 ਸਾਲ ਦਾ ਪੁੱਤਰ ਸੀ ਗੋਬਿੰਦ ਰਾਏ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਹੋਣਾ ਪਿਆ ਗੁਰੂ। ਮਾਤਾ ਨਹੀਂ ਡੋਲੀ ਕਿਤੇ ਸੁਣਿਆ ਵੀ ਰੋਈ ਹੋਵੇ ਕੁਰਲਾਈ ਹੋਵੇ। ਫਿਰ ਨੂੰ ਜੀਤੋ ਜੀ ਚਲਾਣਾ ਕਰ ਗਏ ਮਾਤਾ ਜੀਤ ਕੌਰ ਜੀ ਫਿਰ ਵੀ ਨਹੀਂ ਘਬਰਾਈ 3 ਪੁੱਤਰਿਆਂ ਨੂੰ ਆਪ ਪਾਲਿਆ। ਆਖੋ ਸਤਨਾਮ। ਕਿਉਂਕਿ ਜਦੋਂ ਮਾਤਾ ਜੀਤੋ ਜੀ ਸਰੀਰ ਛੱਡਣ ਲੱਗੇ ਉਦੋਂ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਛੋਟੇ ਛੋਟੇ ਸੀ। ਇੱਕ ਪੌਣੇ 3 ਸਾਲ ਦਾ ਇੱਕ ਪੌਣੇ 5 ਸਾਲ ਦਾ। ਦੋਨਾਂ ਨੂੰ ਮਾਤਾ ਗੁਜਰ ਕੌਰ ਦੀ ਗੋਦ ਵਿੱਚ ਬਹਾ ਕੇ ਮਾਤਾ ਜੀਤੋ ਜੀ ਨੇ ਕਿਹਾ ਸੀ ਮਾਂ ਮੈਂ ਚੱਲੀ ਆ ਸੱਚਖੰਡ ਇਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤੇਰੀ ਹੈ। ਬੱਚੇ ਰੋਣ ਤੇ ਮਾਤਾ ਗੁਜਰ ਕੌਰ ਜੀ ਨੇ ਕਿਹਾ ਸੀ ਸਾਹਿਬਜ਼ਾਦਿਓ ਰੋਵੋ ਨਾ ਕੀ ਹੋਇਆ ਜੇ ਤੁਹਾਡੀ ਮਾਂ ਨਹੀਂ ਰਹੀ ਮੈਂ ਵੀ ਤਾਂ ਤੁਹਾਡੀ ਮਾਂ ਮੈਂ ਮਰਦੇ ਦਮ ਤੱਕ ਤੁਹਾਡਾ ਸਾਥ ਨਹੀਂ ਛੱਡਦੀ। ਜਦੋਂ ਗੁਰੂ ਤੇਗ ਬਹਾਦਰ ਸ਼ਹੀਦੀ ਦੇਣ ਚੱਲੇ ਸੀ ਉਹ ਵੀ ਕਹਿ ਕੇ ਗਏ ਸੀ ਕਹਿੰਦੇ ਗੁਜਰੀ ਮੇਰੇ ਸਿਰ ਜਿਹੜੀ ਜ਼ਿੰਮੇਵਾਰੀ ਆਈ ਹੈ ਮੈਂ ਵੀ ਨਿਭਾਵਾਂਗਾ ਪਰ ਖਿਆਲ ਰੱਖੀ ਸਭ ਤੋਂ ਵੱਡੀ ਜ਼ਿੰਮੇਵਾਰੀ ਅੱਜ ਤੇਰੇ ਸਿਰ ਆ ਗਈ। ਪੁੱਤਰ ਹੈ ਛੋਟਾ ਇਹਦੀ ਸ਼ਾਦੀ ਛੇਤੀ ਕਰ ਦਿਓ ਕੋਸ਼ਿਸ਼ ਕਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਧਰਮ ਤੋਂ ਡੋਲਣ ਨਾ ਦੇਈ। ਤੇ ਮਾਤਾ ਗੁਜਰ ਕੌਰ ਜੀ ਨੇ ਕਿਹਾ ਸੀ ਮਹਾਰਾਜ ਮਰਦੇ ਦਮ ਤੱਕ ਮੈਂ ਕਿਸੇ ਨੂੰ ਧਰਮ ਤੋਂ ਨਹੀਂ ਡੋਲਣ ਦੇਣਾ। ਤੇ ਹੋਇਆ ਵੀ ਇਸ ਤਰ੍ਹਾਂ। ਮਾਤਾ ਗੁਜਰੀ ਦੀ ਸਿੱਖਿਆ ਸੀ ਸਾਹਿਬਜ਼ਾਦੇ ਕਹਿੰਦੇ ਸੀ ਅਸੀਂ ਆਪਣੇ ਧਰਮ 'ਚ ਪੱਕੇ ਰਹਿਣਾ ਜਿੰਨੇ ਮਰਜ਼ੀ ਤਸੀਹੇ ਦੇ ਲਓ। ਪਤਾ ਤੁਹਾਨੂੰ 6 ਅਤੇ 7 ਪੋਹ ਦੀ ਵਿਚਕਾਰਲੀ ਰਾਤ ਸੀ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਸਰਸਾ ਪਾਰ ਕਰਕੇ ਅੱਗੇ ਜਾਣਾ ਸੀ ਪਰ ਸਰਸਾ ਨਦੀ ਤੇ ਜਾ ਕੇ ਪਰਿਵਾਰ ਦਾ ਵਿਛੋੜਾ ਪੈ ਗਿਆ ਜਿੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ। ਵੱਡੇ ਸਾਹਿਬਜ਼ਾਦਿਆਂ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਪੜ ਵੱਲੋਂ ਦੀ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ। ਬਹੁਤ ਵੱਡਾ ਯੁੱਧ ਹੋਇਆ। 10 ਲੱਖ ਸੈਨਾ ਨੇ
गुरु के भुखे तिहाए ठंड दे नींदर दे थकेवें दे मारे होए 40 ਸਿੰਘਾਂ ते हमला कीता सी। उत्थे गुरु गोबिंद सिंह महाराज दे वड्डे साहिबजादे नाल सिंह शहीदियां पा गए 40 ਸਿੰਘ। धन गुरु गोबिंद सिंह महाराज नूं 5 प्यारिਆਂ ने हुक्म कीता सी, महाराज तुसी सही सलामत रहे, साडे वर्गे लखां होर भी सजा लोगे, थानू हुक्म है इत्थों जाओ। पंजां दा हुक्म मन के धन गुरु गोबिंद सिंह महाराज अपनी कलंगी ते पोशाका बाबा संगत सिंह नूं सौंपदे। फिर भी रण ਸਿੰਘਾ बजाया, ਉੱਚੀ ਦਿਨੇ आवाज ਦਿੱਤੀ, हिंद दा पीर जा ਰਿਹਾ, जे किसे विच हिम्मत है तां फड़ के विखाओ। ਅੱਗੇ ਜਾ ਕੇ ਗੁਰਦੁਆਰਾ ਤਾੜੀ ਸਾਹਿਬ ਜਿੱਥੇ ਮਹਾਰਾਜ ਨੇ ਤਾੜੀ ਪਾਈ ਸੀ, ਡਰ ਕੇ ਨਹੀਂ ਛੁਪ ਕੇ ਨਹੀਂ ਨਿਕਲੇ, ਲਲਕਾਰ ਕੇ ਨਿਕਲੇ। ਤੇ ਪਾਤਸ਼ਾਹ ਨੇ ਕਿਹਾ ਸੀ, ਐ ਗੁਰੂ ਪਿਆਰੇ ਖਾਲਸਾ ਜੀ, ਖਾਲਸੇ ਪੰਥ ਦੀ ਇੱਕੋ ਇੱਕ ਚੀਜ਼ ਸੀ, ਸਿਰ ਦਾ ਤਾਜ, ਉਹ ਵੀ ਮੈਂ ਅੱਜ ਪੰਥ ਦੀ ਝੋਲੀ ਪਾ ਚੱਲਿਆ। ਆਖੋ ਸਤਨਾਮ। अपना दस्तारा चोला ते सीस ते कलंगी तीर कमान ये बाबा संगत से उन्होंने सौंपे सी। देखो कलंगी तो गुरु साहब तो बिना आप ला नहीं सकते, पर जिहड़ी दस्तार है इनू सिर दा ताज कहा पातशाह ने। ते सारियां नू चाहिदा है माई भाई सब दस्तारां सजाउण। आखो सतनाम। हुण गुरमुख प्यारिओ, महाराज माछीवाड़ा साहब हुंदे होए कई थावां ते गए, कनेच पिंड भी चरण पाए, सानेवाल भी गए, मोही नगर आलमगीर भी चरण पाए। आलमगीर तक महाराज पलंग ते सवार सी जदों उच्च दे पीर बने हुए सी। ते आलमगीर जाके भाई नगाईया जी, भाई मनी सिंह दे भरा सी गुरमुख, उन्होंने गुरु साहब नूं एक घोड़ा भेंट किया। महाराज उथों घोड़े की सवारी करते। नबी गनी खान जिहड़े मुसलमान सी, उन्होंने हुक्मनामा साहब ते कड़ियां दी बख्शिश करके महाराज ने वापस भेजता भी तुसीं हुण जाओ, अगे असीं देखदे हां की बनदा। उथों सतगुर चलदे होए हेहरा नगर आए। हेहरा नगर महंत कृपाल दास जी रहिंदे सी, जिन्हां दे भंगाणी दे युद्ध वेले गुरु साहब दी सहायता कीती सी। जदों हेहरी आए महंत कृपाल दास नूं मिलदे ऐ, उहनूं दसी सारी गलबात भी इदां इदां करके सिंह भी शहीद हो गए, वड्डे साहिबजादे भी शहीद हो गए, छोटियां दा ते माता जी दा पता ही नहीं परिवार किधर गया। धर्म सुपत्नियां दा भी पता नहीं कित्थे है जां नहीं। ते साडे मंगड़ फौजां लगियां सानू लभदियां फिरदियां। इत्थे फिर महंत कृपाल दास समय नूं देख के डर गया। गुरमुख गुरु महाराज नूं कहिंदा जी इस इलाके विच भी ज़्यादातर मुसलमान वसदे ते जे समा ऐसा थोड़े कोले इन्नियां फौजां हुंदियां होयां, इन्नी ताकत हुंदियां होयां आ कुछ हो गया ते जे इत्थे घेरा पै गया मैं तुहानूं रख नहीं सकदा। देखो अपने सेवक नूं कहंदा आ लै सरोपा, आ लै कुछ माया, सरोपा दे दे माया मत्था टेक दे, सियाणा है गुरु गोबिंद सिंह आपे ही चलिया जाऊ। महाराज सच्चे पातशाह नूं जिहड़ा महंत कृपाल दास दा चेला सी वो लग्या सरोपा देण। महाराज ने प्रवान कर लिया। जदों माया देण लगा महाराज कहंदे मुट्ठी बंद ही रख, लोड़ पैण ते थोड़े काम आजू। अज महंत डर गया ना, सानू रहण वास्ते नहीं कह रहा। ते महाराज सच्चे पातशाह नूं महंत कृपाल दास ने दस्सिया सी कि इत्थे आले दुआले ज़्यादातर मुसलमान वसदे है, जे तुसी जाना है तो लम्मे जटपुरे पिंड चले जाओ। उत्थे दादे पोते दी कट्ठी औलाद है, जिहड़ा आपदा भाईचारा हुंदा गुरमुखो आपदा ही हुंदा है।
ਜਿੱਥੇ ਲੱਕੜ ਬਣ ਦੀ ਇਕੱਠੀ ਹੋਵੇ, ਕੋਈ ਕਿਤੋਂ ਆ ਕੇ ਵਸਿਆ, ਕੋਈ ਕਿਤੋਂ ਆ ਕੇ ਵਸਿਆ, ਕੌਣ ਕਿਹਦਾ ਬਣਦਾ ਗੁਰਮੁਖ? ਆ ਦੇਖਦੇ ਹੀ ਅੱਜ ਕੱਲ ਆਪਾਂ ਆਪਣੇ ਇਕੱਠੇ ਪਰਿਵਾਰ, ਪਿਓ ਦਾਦੇ ਦੀ ਔਲਾਦ ਹੋਵੇ, ਇੱਕ ਦੂਜੇ ਦੀ ਸਹਾਇਤਾ ਕਰਦੇ ਆ। ਕਹਿੰਦੇ ਨਹੀਂ ਵੀ ਆਪਦਾ ਮਾਰੂ ਤਾਂ ਸਾਵੇਂ ਤਾਂ ਸਿੱਟੂ ਨਾ ਕੱਟੋ। ਮਹੰਤ ਕਿਰਪਾਲ ਦਾਸ ਨੇ ਜਦੋਂ ਦੱਸਿਆ ਤੇ ਸਤਿਗੁਰ ਉੱਥੋਂ ਅੱਗੇ ਤੁਰੇ ਗੁਰਮੁਖ। ਉੱਥੋਂ ਵੀ ਕਈ ਪਿੰਡਾਂ 'ਚ ਚਰਨ ਪਾਉਂਦੇ ਹੋਏ ਕੱਲਿਆਣੇ ਆਏ ਗੁਰਮੁਖ। ਕੱਲਿਆਣੇ ਰਾਏਕੋਟ ਦੇ ਰਾਏ ਕੱਲੇ ਦੀ ਫੌਜ ਹੁੰਦੀ ਸੀ, ਉਹ ਸਿਪਾਹੀ ਰੱਖਦਾ ਹੁੰਦਾ ਆਪਣੇ ਕੋਲੇ। ਕਈ ਪਿੰਡਾਂ ਦਾ ਮਾਲਕ, ਉੱਥੇ ਵੀ ਗੁਰਮੁਖੋਂ ਮੇਲ ਮਿਲਾਪ ਹੋਇਆ। ਤੇ ਜਿਹੜਾ ਕੋਟਲਾ ਨਿਹੰਗ ਖਾਂ ਗੁਰਦੁਆਰਾ ਭੱਠਾ ਸਾਹਿਬ ਜਿੱਥੇ ਬਣਿਆ, ਉਹਦਾ ਪੁੱਤਰ ਸੀ ਆਲਮ ਗੁਰਮੁਖ। ਉਹ ਗੁਰੂ ਜੀ ਨੂੰ ਲੱਭਦਾ ਆਇਆ ਤੇ ਕੱਲਿਆਣੇ ਉਹਨੇ ਪਛਾਣ ਲਿਆ ਕਿ ਗੁਰੂ ਗੋਬਿੰਦ ਸਿੰਘ ਹੈ, ਪਰ ਬਣੇ ਹੋਏ ਸੀ ਉੱਚ ਦਾ ਪੀਰ। ਆ ਕੇ ਉਹਨੇ ਰਾਏ ਕੱਲੇ ਨੂੰ ਦੱਸਿਆ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਲਾ ਦਾ ਰੂਪ ਹੈ, ਇਸ ਇਲਾਕੇ ਵਿੱਚ ਆਏ ਹੋਏ ਨੇ, ਆਪਾਂ ਜਿੰਨੀ ਹੋ ਜੇ ਉਹਨਾਂ ਦੀ ਮਦਦ ਕਰਨੀ। ਕਿਉਂਕਿ ਉਹਦੇ ਵਿਆਹ ਵੇਲੇ ਮਹਾਰਾਜ ਉਹਦੇ ਗਏ ਸੀ ਘਰ, ਰਾਏ ਕੱਲੇ ਦੀ ਕੁੜੀ ਵਿਆਹੀ ਸੀ ਕੋਟਲਾ ਨਿਹੰਗ ਖਾਂ ਦੇ ਮੁੰਡੇ ਆਲਮ ਨੂੰ ਗੁਰਮੁਖ। ਵਿਆਹ ਮੌਕੇ ਮਹਾਰਾਜ ਗਏ ਸੀ, ਪਰ ਕੁਦਰਤ ਐਸੀ ਬਣੀ ਮਹਾਰਾਜ ਅੱਗੇ ਚੱਲਦੇ ਆਏ ਤੇ ਰਾਏਕੋਟ ਜਦੋਂ ਆਉਂਦੇ ਆ, ਇੱਥੇ ਗੁਰਮੁਖੋਂ ਨੂਰਾ ਮਾਹੀ ਮਿਲਿਆ। ਜਿਹੜਾ ਨੂਰਾ ਮਾਹੀ ਹੈ ਨਾ, ਇਹ ਮੱਝਾਂ ਚਾਰਦਾ ਫਿਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਨੇੜੇ ਆਏ। ਘੋੜੇ ਦੇ ਪੌੜਾਂ ਦਾ ਖਟਕਾਟ ਸੁਣ ਕੇ ਇਹ ਵੀ ਪਾਤਸ਼ਾਹ ਵੱਲ ਝਾਕਿਆ ਤੇ ਮੇਰੇ ਸਤਿਗੁਰ ਨੇ ਫਤਿਹ ਬੁਲਾਈ। ਆਖੋ ਸਤਨਾਮ। ਮਹਾਰਾਜ ਆਖਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਸਤਿਗੁਰ ਜੀ ਨੇ ਬੁਲਾਈ, ਇਹਨੇ ਵੀ ਹੱਥ ਜੋੜ ਕੇ ਕਹਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਫਿਰ ਗੁਰਮੁਖ ਪਿਆਰਿਓ, ਮਹਾਰਾਜ ਜੀ ਕਹਿਣ ਲੱਗੇ, ਇਤਿਹਾਸ ਦੱਸਦਾ ਹੈ, ਨੂਰਾ ਮਾਹੀ ਮਹਾਰਾਜ ਵੱਲ ਤੱਕਦਾ ਹੈ, ਦਗਦਾ ਏ ਚਿਹਰਾ ਜਿਵੇਂ ਦਗਦੇ ਅੰਗਿਆਰ ਨੇ, ਘੋੜੇ ਤੇ ਸਵਾਰ ਕੋਲ ਚੰਦਕ ਹਥਿਆਰ ਨੇ। ਮਹਾਰਾਜ ਘੋੜੇ ਤੇ ਸਵਾਰ, ਥੋੜੇ ਜਿਹੇ ਕੋਲੇ ਹਥਿਆਰ ਸੀ। ਨੂਰੇ ਵਾਹੀ ਨੇ ਤੱਕਿਆ, ਉਹਨੂੰ ਏਦਾਂ ਲੱਗਿਆ ਅੱਡ ਹੋਇਆ ਜਾਪੇ ਹੰਸ ਹੰਸਾਂ ਦੀ ਡਾਰ ਤੋਂ। ਨੂਰੇ ਹੱਥ ਜੋੜ ਪੁੱਛੀ ਸੇਵਾ ਕਰਤਾਰ। ਫਤਿਹ ਪ੍ਰਵਾਨ ਕਰ ਲਈ। ਕਹਿੰਦਾ ਮਹਾਰਾਜ ਕੋਈ ਸੇਵਾ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਛਕਣ ਵਾਸਤੇ ਜਲ ਚਾਹੀਦਾ। ਆਖੋ ਸਤਨਾਮ। ਸਮੇਂ ਦੀ ਚਾਲ ਦੇਖੋ ਕੈਸੀ ਉਲਝੀ ਕਹਾਣੀ ਏ, ਦੋ ਜਹਾਨ ਦੇ ਵਾਲੀ ਅੱਜ ਮੰਗਿਆ ਪਾਣੀ। ਬੇਨਤੀ ਕੀਤੀ ਮਹਾਰਾਜ ਪਾਣੀ ਤਾਂ ਹੈ ਨਹੀਂ ਮੇਰੇ ਕੋਲ, ਉਹ ਦੂਰ ਢਾਬ ਹੈ ਕਿਤੇ, ਮੈਂ ਉੱਥੋਂ ਜਾ ਕੇ ਕੋਸ਼ਿਸ਼ ਕਰਦਾ ਪਾਣੀ ਲੱਭ ਕੇ ਲਿਆਉਣਾ। ਮਹਾਰਾਜ ਕਹਿੰਦੇ ਜੇ ਪਾਣੀ ਨਹੀਂ ਹੈਗਾ ਚੱਲ ਦੁੱਧ ਹੀ ਪਿਆ ਦੇ, ਮੱਝਾਂ ਲਈ ਫਿਰਦਾ। ਇਹ ਕਹਿੰਦਾ ਮਹਾਰਾਜ ਮੈਂ ਘਰੋਂ ਤੁਰਨ ਲੱਗਾ, ਸਾਰੀਆਂ ਮੱਝਾਂ ਚੋ ਕੇ ਦੁੱਧ ਵੀ ਘਰੇ ਛੱਡਿਆ ਆ, ਹੁਣ ਤਾਂ ਕਿਸੇ ਨੇ ਦੁੱਧ ਵੀ ਨਹੀਂ ਦੇਣਾ। ਅਫਸਰ ਝੋਟੀ ਖੜੀ ਸੀ। ਮਹਾਰਾਜ ਕਹਿੰਦੇ ਮੈਨੂੰ ਐਂ ਲੱਗਦਾ ਵੀ ਹਾਂ ਨਹੀਂ ਤਾਂ ਚੋਈ, ਇਸੇ ਨੂੰ ਹੀ ਚੋ ਲੈ। ਕਹਿੰਦਾ ਹੋਂ ਤੇ ਫਕੀਰ, ਇਸ ਕਰਕੇ ਤੁਹਾਨੂੰ ਡੰਗਰਾਂ ਬਾਰੇ ਪਤਾ ਨਹੀਂ। ਇਹ ਤਾਂ ਅਫਸਰ ਝੋਟੀ ਹੈ, ਨਾ ਸੂੰਦੀ ਹੈ ਨਾ ਦੁੱਧ ਦਿੰਦੀ ਹੈ। ਮਹਾਰਾਜ ਕਹਿੰਦੇ ਵੇਖ ਤਾਂ ਸਹੀ, ਥਣਾ 'ਚ ਤਾਂ ਦੁੱਧ ਉਤਰਿਆ ਪਿਆ ਹੈ। ਜਦੋਂ ਨੂਰਾ ਮਾਹੀ ਝਾਕਿਆ ਤੇ ਵਾਕਿਆ ਹੀ ਅਫਸਰ ਝੋਟੀ ਦੇ ਥਣਾ ਵਿੱਚ ਦੁੱਧ ਉਤਰਿਆ ਹੋਇਆ। ਬਸ ਫੇਰ ਕੀ ਸੀ, ਥਾਪੀ ਮਾਰ ਝੋਟੀ ਥੱਲੇ ਬਹਿ ਗਿਆ ਨੂਰਾ ਏ। ਝੋਟੀ ਨੇ ਦੁਪਹਿਰੇ ਦੁੱਧ ਲਾ ਲਿਆ ਪੂਰਾ ਏ। ਜਦੋਂ ਦੇਖਿਆ ਦੁੱਧ ਉਤਰਿਆ ਹੋਇਆ, ਪਰ ਕਹਿੰਦਾ ਮਹਾਰਾਜ ਮੇਰੇ ਕੋਲੇ ਭਾਂਡਾ ਹੀ ਕੋਈ ਨਹੀਂ, ਚੋਈਏ ਕਾਹਦੇ 'ਚ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਇੱਕ ਪਿੱਤਲ ਦਾ ਗੜਵਾ ਸੀ, ਸੁਰਾਹੀ, ਜਿਹਨੂੰ ਹੁਣ ਗੰਗਾ ਸਾਗਰ ਆਖਿਆ ਜਾਂਦਾ। ਮੇਰੇ ਸਤਿਗੁਰ ਕਹਿੰਦੇ ਨੂਰਿਆ ਇਹਦੇ 'ਚ ਦੁੱਧ ਚੋ ਲੈ। ਜਦੋਂ ਉਹਨੇ ਫੜਿਆ ਗੜਵਾ, ਗੰਗਾ ਸਾਗਰ
ਹੱਸ ਪਿਆ, ਕਹਿੰਦਾ ਇਹ 'ਚ ਤਾਂ ਮੋਰੀਆਂ ਹੀ ਬੜੀਆਂ। 288 ਮੇਰੂ ਸੀ, ਗਲੀਆਂ ਮੋਰੀਆਂ ਕਹਿ ਲਓ। ਪਾਤਸ਼ਾਹ ਕਹਿੰਦੇ ਸਾਡਾ ਬਚਨ ਹੈ, ਇਹ 'ਚ ਦੁੱਧ ਨਹੀਂ ਡੁੱਲੂ ਨਾ ਪਾਣੀ ਡੁੱਲੇ। ਨੂਰੇ ਮਾਹੀ ਨੇ ਕੀ ਕੀਤਾ, ਪਹਿਲਾਂ ਰੇਤਾ ਪਾ ਕੇ ਲੱਗਿਆ ਮਾਂਜਣ। ਜਦੋਂ ਰੇਤਾ ਪਾਇਆ ਗਲੀਆਂ ਥਾਣੀ, ਰੇਤਾ ਤਾਂ ਸਾਰਾ ਥੱਲੇ ਨਿਕਲ ਗਿਆ। ਕਹਿੰਦਾ ਜੀ ਰੇਤਾ ਨਹੀਂ ਖੜਦਾ, ਦੁੱਧ ਕਿਵੇਂ ਖੜੂ? ਮਹਾਰਾਜ ਕਹਿੰਦੇ ਤੂੰ ਚੋਲ ਹੈ ਬਸ। ਜਦੋਂ ਉਹਨੇ ਗੁਰਮੁਖ ਪਿਆਰਿਓ ਉਸ 288 ਗਲੀਆਂ ਵਾਲੇ ਗੜਬੇ 'ਚ ਚੋਇਆ ਦੁੱਧ, ਭੋਰਾ ਵੀ ਨਹੀਂ ਡੁੱਲਿਆ। ਐਵੇਂ ਨਹੀਂ ਦੁਨੀਆ ਪੂਜਦੀ ਗੁਰਮੁਖ। ਦੁੱਧ ਭੋਰਾ ਵੀ ਨਹੀਂ ਡੁੱਲਿਆ। ਅੱਜ ਵੀ ਉਹ ਗੰਗਾ ਸਾਗਰ ਹੈਗਾ ਪਾਕਿਸਤਾਨ ਦੇ ਵਿੱਚ। ਉਹ ਪਰਿਵਾਰ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ 'ਚ ਦਰਸ਼ਨ ਕਰਵਾਉਣ ਲਿਜਾਂਦਾ ਹੈ। ਦਾਸ ਨੂੰ ਵੀ ਸਾਬੋ ਕੀ ਤਲਵੰਡੀ ਗੰਗਾ ਸਾਗਰ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ। ਰੇਤਾ ਪਾ ਦੋ ਹੁਣ ਵੀ ਡੁੱਲ ਜਾਂਦਾ ਹੈ, ਪਾਣੀ ਪਾ ਦੋ, ਦੁੱਧ ਪਾ ਦੋ, ਭੋਰਾ ਵੀ ਨਹੀਂ ਡੁੱਲਦਾ। ਅੱਜ ਵੀ ਬਖਸ਼ਿਸ਼ ਕਹਿੰਦਾ। ਗੁਰਮੁਖ ਪਿਆਰਿਓ, ਨੂਰੇ ਮਾਹੀ ਨੇ ਚੋਇਆ ਦੁੱਧ, ਭੋਰਾ ਵੀ ਨਾ ਡੁੱਲਿਆ। ਫਿਰ ਮੇਰੇ ਮਾਲਕ ਨੂੰ ਦੁੱਧ ਛਕਾਇਆ, ਆਖੋ ਸਤਨਾਮ। ਫੇਰ ਗੱਲਾਂ ਬਾਤਾਂ ਹੋਈਆਂ। ਮਹਾਰਾਜ ਕਹਿੰਦੇ ਇਹ ਵੱਗ ਕਿਹਦਾ ਹੈ? ਕਹਿੰਦਾ ਜੀ ਰਾਏਕੋਟ ਦੇ ਮਾਲਕ ਰਾਏ ਕੱਲੇ ਦਾ। ਪਾਤਸ਼ਾਹ ਕਹਿੰਦੇ ਜਾ ਉਹਨੂੰ ਬੁਲਾ ਕੇ ਲੈ ਕੇ ਆ। ਫਿਰ ਉੱਥੇ ਗੁਰਮੁਖ ਪਿਆਰਿਓ ਨੂਰਾ ਮਾਹੀ ਜਾਂਦਾ ਹੈ। ਰਾਏ ਕੱਲਾ ਘਰੇ ਸੀ ਤੇ ਉਹਨੂੰ ਜਾ ਕੇ ਨੂਰੇ ਮਾਹੀ ਨੇ ਦੱਸਿਆ ਵੀ ਕੋਈ ਵਾਲੇ ਤਕੜੇ ਫਕੀਰ ਆਏ ਆ ਮੁਸਲਮਾਨ। ਇੰਨੀ ਕਲਾ ਹੈ, ਅਫਸਰ ਝੋਟੀ ਨੂੰ ਦੁੱਧ ਦੇਣ ਲਾਤਾ ਬਚਨ ਕਰਕੇ। ਤੇ 200-250 ਗਲੀਆਂ ਸੀ ਗੜਬੇ 'ਚ, ਮੈਂ ਦੁੱਧ ਦਾ ਭਰਤਾ ਤੇ ਭੋਰਾ ਵੀ ਨਹੀਂ ਡੁੱਲਿਆ। ਤਾਂ ਬਾਹਲੀ ਤਕੜੀ ਸ਼ਕਤੀ ਆ ਉਹਨਾਂ 'ਚ। ਛੇਤੀ ਚੱਲ ਕੇ ਦਰਸ਼ਨ ਕਰੋ। ਤੇ ਰਾਏ ਕੱਲਾ ਜਦੋਂ ਗਿਆ ਗੁਰਮੁਖ ਪਿਆਰਿਓ, ਜਿੱਥੇ ਗੁਰਦੁਆਰਾ ਟਾਹਲੀਆਣਾ ਸਾਹਿਬ ਬਣਿਆ ਨਾ ਰਾਏਕੋਟ, ਇੱਥੇ ਫਿਰ ਮਿਲਾਪ ਹੋਇਆ ਸੀ। ਸੱਚੇ ਪਾਤਸ਼ਾਹ ਦੇ ਜਾ ਕੇ ਦਰਸ਼ਨ ਕੀਤੇ ਤੇ ਕੁਦਰਤੋਂ ਜਵਾਈ ਵੀ ਆਇਆ ਹੋਇਆ ਸੀ ਆਲਮ। ਉਹਨੇ ਦੱਸਤਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਫਿਰ ਰਾਏ ਕੱਲੇ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਦੱਸ ਤਾਂ ਮੈਨੂੰ ਤੁਹਾਡੀ ਪੈ ਚੁੱਕੀ ਸੀ, ਹੁਣ ਮੈਂ ਕੁਛ ਤੁਹਾਡੀ ਸੇਵਾ ਕਰਨੀ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਠੀਕ ਹੈ, ਸ਼ਰਧਾ ਭਾਵਨਾ ਦੇਖੀ। ਬਾਕੀ ਕੋਟਲਾ ਨਿਹੰਗ ਖਾਂ ਦੇ ਮੁੰਡੇ ਨੂੰ ਜਦੋਂ ਦੇਖਿਆ ਵੀ ਇਹ ਭਾਵਨਾ ਵਾਲੇ ਸੇਵਕ ਪਰਿਵਾਰ ਨੇ, ਮਹਾਰਾਜ ਇੱਥੇ ਰਹੇ। ਇਤਿਹਾਸ ਵਿੱਚ ਲਿਖਿਆ ਕਹਿੰਦੇ 3 ਦਿਨ ਰਹੇ। ਰਾਏ ਕੱਲੇ ਨੇ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਪਾਣੀ ਛਕਾਇਆ ਗੁਰੂ ਸਾਹਿਬ ਔਰ ਸਿੱਖਾਂ ਨੂੰ। ਤੇ ਕਹਿੰਦਾ ਜੀ ਰਾਤ ਕੱਟਣ ਵਾਸਤੇ ਰਹੋ। ਮਹਾਰਾਜ ਇਹਦੇ ਕੋਲੇ ਰਾਤ ਕੱਟਦੇ ਆ। ਸ਼ਰਧਾ ਦੇਖ ਸਾਹਿਬ ਸਹਿਮਤੀ ਜਤਾਈਏ, ਪਰ ਪੂਰੀ ਰਾਤ ਸਤਿਗੁਰ ਜਾਗ ਕੇ ਬਤਾਈਏ। ਰਹਿ ਤਾਂ ਪਏ, ਸਾਰੀ ਰਾਤ ਸੁੱਤੇ ਨਹੀਂ ਗੁਰਮੁਖੋ ਮਹਾਰਾਜ। ਰਾਏ ਕੱਲਾ ਕਹਿੰਦਾ ਜਿੰਨਾ ਚਿਰ ਸਤਿਗੁਰੂ ਨਹੀਂ ਸੌਂਦੇ ਮੈਂ ਵੀ ਨਹੀਂ ਸੌਂਦਾ, ਪਹਿਰੇ ਤੇ ਖੜਾ ਰਿਹਾ। ਮਹਾਰਾਜ ਗੱਲਾਂ ਬਾਤਾਂ ਕਰੀ ਗਏ, ਸਾਰੀ ਗੱਲ ਦੱਸੀ ਵੀ ਇਦਾਂ ਕਰਕੇ ਰਾਏ ਕੱਲੇ ਜ਼ਾਲਮਾਂ ਨੇ ਝੂਠੀਆਂ ਕਸਮਾਂ ਖਾ ਕੇ ਕਿਲਾ ਛੁਡਵਾ ਲਿਆ। ਮੰਗਰ ਫੌਜਾਂ ਚੜ੍ਹਤੀਆਂ, ਸਰਸਾ ਤੇ ਪਰਿਵਾਰ ਵਿਛੜ ਗਿਆ। ਪਤਾ ਨਹੀਂ ਕੌਣ ਕਿਸ ਹਾਲ ਵਿੱਚ ਹੈ, ਪਰ ਜਿੰਨਾ ਕੁ ਮੈਨੂੰ ਪਤਾ ਹੈ ਚਮਕੌਰ ਸਾਹਿਬ ਦੇ ਵਿੱਚ ਮੇਰੇ ਨਾਲ ਦੇ ਸਿੰਘਾਂ ਨੇ ਬੜੀ ਬਹਾਦਰੀ ਦਿਖਾਈ। ਮੇਰੇ ਸਾਹਿਬਜ਼ਾਦਿਆਂ ਨੇ ਵੀ ਦੇਸ਼ ਕੌਮ ਨੂੰ ਬਚਾਉਣ ਵਾਸਤੇ ਹੋ ਰਹੇ ਜ਼ਬਰ ਜ਼ੁਲਮ ਦੇ ਖਿਲਾਫ ਲੜਦਿਆਂ ਹੋਇਆਂ ਸ਼ਹੀਦੀ ਪਾਈ ਹੈ। ਮੈਨੂੰ ਲੱਗਦਾ ਹੈ 10 ਲੱਖ ਸੈਨਾ ਦਾ ਘੇਰਾ ਸੀ, ਜਿਹੜੇ ਬਾਕੀ ਬਚੇ ਸੀ ਉਹ ਵੀ ਸ਼ਹੀਦ ਹੋ ਗਏ ਤੇ ਜ਼ਾਲਮਾਂ ਨੇ ਚਮਕੌਰ ਦੀ ਗੜੀ ਨੂੰ ਵੀ ਖਤਮ ਕੀਤਾ ਹੋਣਾ। ਚਮਕੌਰ ਦੀ ਗੜੀ ਭਾਵੇਂ ਹੋਈ ਢਹਿ ਢੇਰੀ ਏ, ਯਾਦ ਰੱਖੂ ਦੁਨੀਆ ਸਿੰਘਾਂ ਦਿਖਾਈ ਜੋ ਦਲੇਰੀ ਏ। ਦੁਨੀਆ ਯਾਦ ਰੱਖੂ, ਪਰ ਇੱਕ ਗੱਲ ਦੀ ਮੈਨੂੰ ਚਿੰਤਾ ਹੈ। ਕਹਿੰਦੇ ਰਾਏ ਕੱਲਾ ਕਹਿੰਦਾ ਜੀ ਕੀ? ਫਿਰ ਲਿਖਦੇ ਨੇ ਲਿਖਾਰੀ, ਫਿਕਰ ਹੈ ਸਾਹਿਬ ਨੂੰ ਸਰਹੰਦ ਦੇ ਨਤੀਜੇ ਦਾ, ਫਲ ਕਿਹੜਾ ਆਇਆ ਹੋਊ ਸਿੱਖੀ ਬੀਜ ਬੀਜੇ ਦਾ। ਇਹ ਨਹੀਂ ਸੀ ਵੀ ਗੁਰੂ ਜੀ ਨੂੰ ਪਤਾ ਨਹੀਂ ਸੀ, ਪਤਾ ਸੀ। ਪਹਿਲਾਂ ਮਾਤਾ ਜੀ ਨੂੰ ਵੀ ਅਨੰਦਪੁਰ ਸਾਹਿਬ ਦੱਸਤਾ ਸੀ ਵੀ ਆਹ ਕੁਛ ਹੋਣਾ ਹੈ। ਸਰਹੰਦ ਵਿੱਚ ਲਾਲਾਂ ਨੂੰ ਚਿਣਨਗੇ ਨੀਹਾਂ ਦੇ ਵਿੱਚ, ਪਰ ਮਹਾਰਾਜ ਕਹਿੰਦੇ ਮੈਂ ਇਸ ਗੱਲੋਂ ਫਿਕਰ ਵਿੱਚ ਆਂ ਵੀ ਕਿਤੇ ਕੋਈ ਡੋਲ ਤਾਂ ਨਹੀਂ ਗਿਆ। ਆਖੋ ਸਤਨਾਮ।
क्योंकि मेरे लाल 7 साल का साहिबजादा फतेह सिंह, 9 साल का जोरावर सिंह, फिर भी बच्चे ने। कहते सिੱਖੀ ਦਾ बीज ਤਾਂ ਅਸੀਂ ਬੀਜਿਆ पर ਇਹ नहीं पता भी फल नतीजा की आया हो। राय कल्ले कोई ऐसा बंदा देख जेड़ा सरहंद जावे, माता जी ते साहिबजादियां दी खबर लैके आवे भी किते कोई उन्हां चों ढोल तां नहीं गया। किन्ने क तसीहे जालमां ने दिते। उथे फिर राय कल्ला ये भी फिक्र विच सी भी फौजां गुरु जी नूं लभदियां फिरदियां, जे मैं सीधी गल कीती किते कोई दस ही ना देवे। मेरे घरों महाराज फड़े गए, लोग कहणगे इनाम लैण दे मारे जान के फड़वाए है। उठिया सच्चा मुसलमान सी, उठ के पहला नमाज पढ़ी गुरु ने। इधर गुरु साहब ने भी नितनेम किया। राय कल्ला उठ अल्लाह दा शुक्र मनाया है, सतगुरां भी वह के अकाल पुरख ते आया है। भावें राय कोट चढ़ी सुलखणी सवेरे, कोहराम मचिया जग ते छाया होया नेरे। आ गया जेड़ा नूरा माही सी ना, ये धूई पा के पशुआं दे वाड़े च सेकी जांदा है, क्यों ठंड दे दिन सी। गुरमुख प्यारिओ 19, 20 ते 21 पोह दसदे आ इतिहासकार भी महाराज राय कोट सी। उत्थे जोड़ मेला भी 19, 20 ते 21 पोह दा हुंदा है। टालीआणा साहिब गुरुद्वारा 20 दा जिक्र है। ये नूरा माही धूई सेकी जांदा नाले पशुआं दे वाड़े च। राय कल्ला उत्थे कोल आया, आके फिर बुझारतां जियां पाउंदा, कहंदा गिद्दड़ां दे झुंड इत्थे टोले होण कावां दे, टामे टामे पुੱਤ इत्थे अणखी ने मावां दे। कहंदा नूरिया कावां दे टोले तां बथेरे फिरदे आ, गिद्दड़ां दे झुंड बहुत फिरदे आ, पर अणखी मामा दे पुੱਤ विरले विरले ही रह गए। नूरिया तू गुरु साहब नूं घरे तां लिआया दस के मैनू, पर हुण आपां नूं निभाउणी पैणी है। राय कल्ला कहंदा है उच्चियां ना सिर ला के सिर नहीं लुकाईदा, नूरिया यारियां दा मुੱਲ सिर दे के चुकाईदा। नूरा माही कहंदा मालिक जी दसो गल की है, गल दसो। मालिक नूरे दी मत छोटी, गल करो ना मरोड़ के, खोल के जे दसो अंबरों तारे देवां तोड़ के। कहंदा की होया जे मैं तुहाडा नौकर आ, नौकर भी पुत्तां वर्गे हुंदे आ, जे समझे कोई। मैनू सीधी सीधी गल दसो कम की है, क्योंकि अगे तुसीं इन्ने संदेहां कदे पशुआं दे वाड़े च मेरे कोले आए नहीं, कोई तां गल जरूर है। मेरी मत है छोटी, मैनू समझ नहीं आउंदी, पर जो हुक्म करोगे मैं पूरा करूँ। तुहाडी ओह गल दसो जो नूरे ने पुगाई ना अज तक, दसो किहड़ा काम है जिहड़ा मैं नहीं कीता। नौकर भी पुੱਤ हुंदा, हक पुੱਤਾਂ ते जताई दा। महाराज मैनू अपना पुੱਤ ही जानो, दसो हुक्म गल की है। फिर राय कल्ले ने दसिया, कहंदा नूरिया नूरे आजो साडी ड्योढ़ी आया मेहमान है, खुदा दा फरिश्ता अल्लाह पाक जही जान है। उस दे दो पुੱਤ वार ਵਧਾਈ सच वाली शान है। हुण माता जी ते बालां दा आपां लभना निशान है। सारी गल दसी भी वड्डे साहिबजादे चमकौर साहब शहीद हो गए। ये जो मेहमान अपने घर आया ये ने आनंदपुर वाले गुरु गोबिंद सिंह। इन्हां दे माता जी ते साहिबजादे छोटे, सरसा तो विछोड़ा पै गया, मुड़ के पता नहीं किथे ने। सुनिया सरहंद विच आए हुए ने, महाराज दा हुक्म है उन्हां दा पता लैण जाना है। नूरा माही कहंदा ठीक है जी, मेरी भैन विआही हुई है। इहदी भैन सी नूरो गुरमुखो, वो विआही सी सरहंद। ते नूरे माही नूं फिर भैन नूं मिलण दे बहाने सरहंद भेजिया पता लैण वास्ते। महाराज जानी जान है, सब कुछ पता सी, पर यह पता करना सी भी किते कोई डोल तां नहीं गया। इथों गुरमुख प्यारिओ नूरा माही तां सरहंद वल तोरता। ते महाराज सच्चे पातशाह कहंदे राय कल्ले तू भी मुसलमान है, मुगल फौजां सानू लभदियां फिरदियां ते सानू लम्मे जटपुरे जाण दे। फिर महाराज इथों लम्मे जटपुरे चले गए। उत्थे गुरमुख प्यारिओ गुरुद्वारा है,
ਗੁਰੂਸਰ ਸਾਹਿਬ, ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਉਹਨੂੰ ਕਹਿੰਦੇ ਨੇ। ਅਸਲ ਵਿੱਚ ਲੰਮਾ ਤੇ ਜੱਟਪੁਰਾ ਇਹ ਦੋ ਪਿੰਡ ਅੱਡੋ ਅੱਡੀ ਹੈ। ਕਹਿਣ ਨੂੰ ਅਸੀਂ ਲੰਮਾ ਜੱਟਪੁਰਾ ਕਹਿ ਦਿੰਦੇ ਆ, ਪਰ ਲੰਮਾ ਪਿੰਡ ਅੱਡ ਹੈ, ਜੱਟਪੁਰਾ ਅੱਡ ਹੈ। ਦੋ ਭਰਾ ਸੀ, ਰਣਧੀਰ ਸਿੰਘ ਲੰਮਾ ਢਿੱਲੋਂ ਗੋਤ ਦਾ ਜੱਟ, ਉਹਨੇ ਲੰਮਾ ਪਿੰਡ ਵਸਾਇਆ। ਤੇ ਜਿਹੜਾ ਜੱਟਪੁਰਾ ਪਿੰਡ ਹੈ, ਇੱਕ ਕੁੱਲਾ ਜੱਟ ਤਤਲਾ ਹੋਇਆ ਹੈ, ਉਹਨੇ ਗੁਰਮੁਖੋ ਜੱਟਪੁਰਾ ਵਸਾਇਆ ਸੀ। ਤੇ ਦੋਵੇਂ ਪਿੰਡ ਪੂਜਣਯੋਗ ਹੈ, ਕਿਉਂਕਿ ਜੱਟਪੁਰੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਪਾ ਕੇ ਗਏ ਹੈ। ਤੇ ਲੰਮੇ ਪਿੰਡ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਪਰ ਕਹਿਣ ਨੂੰ ਅਸੀਂ ਲੰਮਾ ਜੱਟਪੁਰਾ ਕਹਿੰਦੇ ਆ, ਕਿਉਂਕਿ ਪਿੰਡ ਅੱਡੋ ਅੱਡੀ ਨੇ, ਪਰ ਵਿਚਾਲੇ ਇੱਕ ਛੱਪੜੀ ਹੈ। ਇਕੱਠਾ ਹੋਣ ਕਰਕੇ ਤਾਂ ਹੀ ਕਈ ਪ੍ਰਚਾਰਕ ਲੰਮਾ ਜੱਟਪੁਰਾ ਹੀ ਕਹਿੰਦੇ ਆ, ਪਰ ਅਸਲ ਲੰਮੇ ਪਿੰਡ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਗੁਰੂ। ਰਾਏ ਕੱਲਾ ਵੀ ਮੰਨ ਗਿਆ, ਕਹਿੰਦਾ ਠੀਕ ਹੈ ਜੀ ਤੁਹਾਡੀ ਮੌਜ। ਇਧਰੋਂ ਨੂਰਾ ਮਾਹੀ ਉਧਰ ਤੋਰਤਾ ਤੇ ਜੰਡ ਹੁਣ ਵੀ ਹੈਗਾ ਉੱਥੇ। ਮਹਾਰਾਜ ਵਾਰੀ ਵਾਰੀ ਸਿੱਖ ਨੂੰ ਕਿਹਾ ਕਰਨ, ਜੰਡ ਤੇ ਚੜ ਕੇ ਵੇਖ ਕੇ ਤੇ ਨੂਰਾ ਆ ਰਿਹਾ ਹੈ, ਖਬਰ ਲੈ ਕੇ। ਤੇ ਨੂਰਾ ਮਾਹੀ ਗੁਰਮੁਖ ਪਿਆਰਿਓ ਸਰਹੰਦ ਜਾਂਦਾ ਹੈ। ਕਿਸੇ ਦੇ ਘਰ ਵਿੱਚ ਚੁੱਲ੍ਹੇ ਅੱਗ ਨਹੀਂ ਬਲੀ, ਦੀਵੇ ਬੁਝੇ ਹੋਏ, ਹਨੇਰਾ ਸਾਰੇ ਪਾਸੇ। ਤੇ ਮਾੜੀ ਜੀ ਗੱਲ ਨੂਰੇ ਦੇ ਕੰਨੀ ਪਈ ਵੀ ਵਜੀਦੇ ਨੇ ਐਡਾ ਜ਼ੁਲਮ ਕੀਤਾ, ਇਹ ਸਰਹੰਦ ਉਜੜ ਕੇ ਰਹੂ, ਆਖੋ ਸਤਨਾਮ। ਇੰਨੇ ਨੂੰ ਨੂਰਾ ਮਾਹੀ ਗੁਰਮੁਖ ਪਿਆਰਿਓ ਆਪਣੀ ਭੈਣ ਨੂਰੋਂ ਦੇ ਘਰੇ ਪਹੁੰਚ ਗਿਆ। ਤੇ ਗਾਹਾਂ ਜਿਹੜੀ ਇਹਦੀ ਭੈਣ ਸੀ, ਉਹਨੇ ਵੀ ਨਾ ਚੁੱਲ੍ਹਾ ਤਪਾਇਆ ਨਾ ਰੋਟੀ ਪਕਾਈ, ਭੁੱਖੀ ਭਾਣੀ ਬੈਠੀ। ਖੱਦਰ ਦਾ ਕੱਪੜਾ ਉੱਤੇ ਮੋਟਾ ਲਿਆ ਹੋਇਆ, ਕਿਉਂਕਿ ਠੰਡ ਸੀ ਤੇ ਰੋਈ ਜਾਵੇ ਗੁਰਮੁਖ। ਜਦੋਂ ਦੇਖਿਆ ਨੂਰਾ ਮਾਹੀ ਮੇਰਾ ਭਰਾ ਆਇਆ, ਬਸ ਦੇਖ ਕੇ ਭਰਾ ਦੇ ਗਲ ਨੂੰ ਚਿੰਬੜ ਕੇ ਰੋਣ ਹੀ ਲੱਗੀ, ਆਖੋ ਸਤਨਾਮ। ਉੱਚੀ ਉੱਚੀ ਰੋਵੇ ਧਾਹਾਂ ਮਾਰ ਕੇ। ਨੂਰਾ ਮਾਹੀ ਕਹਿੰਦਾ ਭੈਣੇ ਕੀ ਗੱਲ ਹੋ ਗਈ? ਅੱਗੇ ਮੈਂ ਆਉਣਾ, ਸੂਬਾ ਸਰਹੰਦ ਦਾ ਨਗਰ ਹੋਣ ਕਰਕੇ ਇੱਥੇ ਤਾਂ ਬੜੀਆਂ ਰੌਣਕਾਂ ਹੁੰਦੀਆਂ ਸੀ, ਅੱਜ ਉਦਾਸੀ ਕਾਹਤੋਂ ਛਾਈ ਹੋਈ ਹੈ? ਕੀ ਗੱਲ ਕਿਸੇ ਦੇ ਦੀਵਾ ਬੱਤੀ ਨਹੀਂ ਜਗਦਾ, ਤੂੰ ਰੋਈ ਕਾਹਤੋਂ ਜਾਨੀ ਹੈ? ਭੈਣ ਕਹਿੰਦੀ ਮੈਂ ਤਾਂ ਫੇਰ ਦੱਸੂ, ਪਹਿਲਾਂ ਤੂੰ ਦੱਸ ਤੂੰ ਕਿਵੇਂ ਆਇਆ? ਅਚਨਚੇਤ ਸੁੱਖ ਹੈ ਘਰੇ? ਕਹਿੰਦਾ ਘਰੇ ਤਾਂ ਸੁੱਖ ਹੈ, ਪਰ ਮੈਂ ਤਾਂ ਇਸ ਕਰਕੇ ਆਇਆ ਕਿਉਂਕਿ ਰਾਏ ਕੱਲੇ ਕੋਲੇ ਕੱਲ ਦੇ ਗੁਰੂ ਗੋਬਿੰਦ ਸਿੰਘ ਆਏ ਹੋਏ। ਜਦੋਂ ਗੁਰੂ ਗੋਬਿੰਦ ਸਿੰਘ ਦਾ ਸੁਣਿਆ ਨਾ, ਤੇ ਨੂਰੇ ਦੀ ਭੈਣ ਫੇਰ ਉੱਚੀ ਉੱਚੀ ਰੋ ਪਈ। ਕਹਿੰਦੀ ਹੈ ਮਹਾਰਾਜ ਆਏ ਨੇ? ਕਹਿੰਦਾ ਹਾਂ। ਰੋਂਦੀ ਕਿਉਂ ਹੈ? ਮੈਨੂੰ ਤਾਂ ਉਹਨਾਂ ਨੇ ਭੇਜਿਆ ਪਤਾ ਲੈਣ ਵਾਸਤੇ ਵੀ ਇੱਥੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਆਏ ਹੋਏ। ਮਹਾਰਾਜ ਨੇ ਮੈਨੂੰ ਭੇਜਿਆ, ਦੱਸੋ ਕਿੱਥੇ ਨੇ? ਫਿਰ ਨੂਰੇ ਮਾਹੀ ਨੇ ਕਿਹਾ ਸੀ, ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਭੈਣੇ ਨੀ? ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਭੈਣੇ ਨੀ? ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਭੈਣੇ ਨੀ? ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਭੈਣੇ ਨੀ? ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਭੈਣੇ ਨੀ? ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਭੈਣੇ ਨੀ? ਮਿਲ ਕੇ ਮੈਂ ਮੁੜਨਾ ਛੇਤੀ। ਕਹਿੰਦਾ ਮੈਨੂੰ ਸਤਿਗੁਰ ਨੇ ਭੇਜਿਆ। ਮਹਾਰਾਜ ਦੱਸਦੇ ਸੀ ਕਿ ਸਰਸਾ ਤੋਂ ਪਰਿਵਾਰ ਦਾ ਵਿਛੋੜਾ ਪਿਆ। ਸਾਹਿਬਜ਼ਾਦੇ ਵੱਡੇ ਤਾਂ ਹੋ ਗਏ ਸ਼ਹੀਦ, ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਰਹੰਦ ਆਏ ਹੋਏ। ਉਹਨਾਂ ਦਾ ਦੱਸ ਕਿੱਥੇ ਜੇ ਡੇਰਾ ਕੀਤਾ ਹੋਇਆ, ਮੈਨੂੰ ਸਮਝਾ। ਸਰਸਾ ਦਰਿਆ ਦੇ ਉੱਤੋਂ ਆ ਗਏ ਵਿਛੋੜੇ ਨੀ, ਤੁਰਕਾਂ ਨੇ ਅੱਡੋ ਅੱਡੀ ਕਰ ਦਿੱਤੇ ਜੋੜੇ ਨੀ। ਕਹਿੰਦਾ ਸਰਸਾ
ਤੇ ਵਿਛੋੜਾ ਪੈ ਗਿਆ। ਹੰਸਾਂ ਦੇ ਜੋੜੇ ਸੀ ਮਹਾਰਾਜ ਦੇ ਲਾਲ ਅੱਡੋ ਅੱਡੀ ਹੋ ਗਏ ਸਾਰੇ। ਮੈਨੂੰ ਦੱਸ ਉਹਨਾਂ ਦੇ ਡੇਰੇ ਇੱਥੇ ਕਿੱਥੇ ਸਰਹੰਦ ਕਰੇ, ਇਕੱਠੇ ਕੇ ਅੱਡੋ ਅੱਡੀ ਖੁੱਲੇ ਜਾਂ ਬੰਦ ਕਰੇ। ਕਹਿੰਦਾ ਇਕੱਠੇ ਨੇ ਜਾਂ ਅੱਡੋ ਅੱਡੀ ਉਹ ਕਿਸ ਹਾਲ ਵਿੱਚ ਨੇ ਮੈਨੂੰ ਦੱਸ, ਮੈਂ ਉਹਨਾਂ ਤੋਂ ਦੁੱਖ ਸੁੱਖ ਪੁੱਛ ਕੇ ਸਤਿਗੁਰ ਨੂੰ ਦੱਸਣੇ ਜਾ ਕੇ। ਇਹਨਾਂ ਦੇ ਕਹਿਣੇ ਨੀ ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਪੈਣੇ ਨੀ ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਪੈਣੇ ਨੀ ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਪੈਣੇ ਨੀ ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਪੈਣੇ ਨੀ ਮਿਲ ਕੇ ਮੈਂ ਮੁੜਨਾ ਛੇਤੀ, ਕਿੱਥੇ ਹਨ ਪੈਣੇ ਨੀ ਮਿਲ ਕੇ ਮੈਂ ਮੁੜਨਾ ਛੇਤੀ। ਕਹਿੰਦਾ ਛੇਤੀ ਦੱਸ ਜਦੋਂ ਆਹ ਗੱਲ ਗੁਰਮੁਖੋ ਕਹੀ ਤੇ ਨੂਰੇ ਦੀ ਭੈਣ ਫਿਰ ਕਿਵੇਂ ਦੱਸੇ। ਉੱਚੀ ਉੱਚੀ ਲਾਗੀ ਧਾਹਾਂ ਮਾਰਨ। ਕਹਿੰਦਾ ਭੈਣੇ ਰੋਣ ਦਾ ਕੀ ਕੰਮ ਹੈ, ਮੈਨੂੰ ਦੱਸ ਕਿੱਥੇ ਹੈ। ਫਿਰ ਨੂਰੋ ਰੋਂਦੀ ਰੋਂਦੀ ਕਹਿੰਦੀ ਆ ਵੀਰ ਨਾ, ਨੂਰੂ ਵੀਰ ਨਾ ਬਾਤ ਨਹੀਂ ਕਹਿਣ ਜੋਗੀ, ਭਾਣਾ ਵਰਤ ਗਿਆ ਵਿੱਚ ਸਰਹੰਦ ਦੇਵੇ। ਕਲੰਗੀ ਵਾਲੇ ਦੇ ਵੀਰਾ ਮਾਸੂਮ ਬੱਚੇ, ਚਿਣਤੇ ਵਿੱਚ ਚੰਡਾਲਾਂ ਨੇ ਕੰਧ ਦੇਵੇ। ਕਹਿੰਦੀ ਤੈਨੂੰ ਕੀ ਦੱਸਾਂ, ਜਿਨ੍ਹਾਂ ਦਾ ਹਾਲ ਚਾਲ ਪੁੱਛਣ ਆਇਆ ਉਹ ਤਾਂ ਕੰਧ 'ਚ ਚਿਣਤੇ। ਆਖੋ ਸਤਨਾਮ। ਸੂਬੇ ਵਿੱਚ ਨਾ ਰਹਿਮ ਪਰਵੇਸ਼ ਹੋਇਆ, ਲੰਘਿਆ ਕੋਲ ਦੀ ਨਾ ਸੁੱਚਾ ਆਨੰਦ ਦੇਵੇ। ਆਖੇ ਲੱਗੇ ਨਾ ਦੁਸ਼ਟ ਮਲੇਰੀਏ ਦੇ, ਪਿੱਛੇ ਛੱਡੇ ਨਾ ਜ਼ਾਲਮੀ ਰੰਦ ਦੇਵੇ। ਪੁੱਤਰ ਜਿਨ੍ਹਾਂ ਦੇ ਮਰੇ ਕੀ ਕਰਨ ਮਾਪੇ, ਬੁਰੇ ਦੁੱਖ ਹੈ ਇਸ ਸਰਬੰਧ ਦੇਵੇ। ਘਰੋਂ ਕੱਢ ਵਿਚਾਰਿਆਂ ਨੂੰ ਵਕਤ ਪਾਤਾ, ਕੈਮ ਰਹੇ ਨਾ ਉੱਤੇ ਸੁਗੰਧ ਦੇਵੇ। ਕਹਿੰਦੀ ਕਸਮਾਂ ਤਾਂ ਸੁਣਿਆ ਖਾਂਦੇ ਸੀ, ਪਰ ਕੈਮ ਨਹੀਂ ਰਹੇ ਖਾਧੀ ਕਸਮ ਤੇ। ਭੁੱਖੇ ਭਾਣੇ ਉਜਾੜਾਂ ਦੇ ਵਿੱਚ ਰੋਲੇ, ਰਹਿਣ ਵਾਲੜੇ ਪੁਰੀ ਆਨੰਦ ਦੇਵੇ। ਰੂਪ ਜਿਨ੍ਹਾਂ ਨੇ ਵੇਖਿਆ ਸੋਹਣਿਆਂ ਦਾ, ਚਾਨਣ ਕਰਨ ਪਸੰਦ ਨਾ ਚੰਦ ਦੇਵੇ। ਬਾਲਕ ਬਿਰਧ ਨੂੰ ਮਾਰ ਕੇ ਮਰਦ ਬਣਨਾ, ਤ੍ਰਿਗ ਇਹੋ ਜੇ ਰਾਜ ਪ੍ਰਬੰਧ ਦੇਵੇ। ਕੇਰਾਂ ਗਲੇ ਗੁਲਾਬਾਂ ਦੇ ਗਏ ਕੱਟੇ, ਭਾਵੇਂ ਹੋਣ ਮਿਠਾਸ ਗੁਲਕੰਦ ਦੇਵੇ। ਕਹਿੰਦੀ ਵੀਰਾ ਕੀ ਦੱਸਾਂ, ਸੁਣਿਆ ਵੀ ਜਦੋਂ ਸਰਸਾ ਤੋਂ ਪਰਿਵਾਰ ਦਾ ਵਿਛੋੜਾ ਪਿਆ, ਗੰਗੂ ਜਿਹੜਾ ਰਸੋਈਆ ਸੀ ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਆਇਆ। ਉਥੋਂ ਮੋਹਰਾਂ ਚੋਰੀ ਕਰਕੇ ਆਪ ਹੀ ਰੌਲਾ ਪਾਉਣ ਲੱਗ ਗਿਆ ਵੀ ਚੋਰੀ ਹੋ ਗਈ, ਚੋਰੀ ਹੋ ਗਈ। ਹੁਣ ਖਬਰਾਂ ਮਿਲਦੀਆਂ ਵੀ ਮਾਤਾ ਜੀ ਨੇ ਕਿਹਾ ਸੀ ਵੀ ਰੌਲਾ ਨਾ ਪਾ, ਮਾਇਆ ਪਿੱਛੇ ਲੱਗ ਕੇ ਕਹਿਰ ਨਾ ਕਮਾ। ਮੇਰਾ ਪੁੱਤਰ ਗੋਬਿੰਦ ਰਾਏ ਮਿਲੂ, ਮੈਂ ਤੈਨੂੰ ਹੋਰ ਵੀ ਮਾਇਆ ਦਵਾ ਦੂੰ। ਪਰ ਗੰਗੂ ਨੂੰ ਹੋ ਗਿਆ ਸੀ ਲਾਲਚ। ਪੁੱਤ ਤਾਂ ਬ੍ਰਾਹਮਣਾਂ ਦਾ ਸੀ, ਪਰ ਕਰਮ ਇਹ ਜਾ ਕੀਤਾ ਇਹਨੇ ਲਾਜ ਲਾਤੀ। ਆਖੋ ਸਤਨਾਮ। ਭੈਣ ਦੱਸਦੀ ਹੈ, ਕਹਿੰਦੀ ਉੱਥੋਂ ਫਿਰ ਇਹਨਾਂ ਨੂੰ ਜਾਨੀ ਮਾਨੀ ਖਾਂ ਥਾਣੇਦਾਰ ਫੜ ਕੇ ਮੁਰਿੰਡੇ ਲੈ ਗਏ। ਉੱਥੇ ਇੱਕ ਰਾਤ ਰੱਖਿਆ, ਭੁੱਖੇ ਤੇ ਆਏ। ਤੇ ਅਗਲੇ ਦਿਨ
10 ਪੋਹ ਵਾਲੇ ਦਿਨ ਨੂੰ ਗੱਡਿਆਂ ਤੇ ਬਿਠਾ ਕੇ ਇਹਨਾਂ ਨੂੰ ਸਰਹੰਦ ਲਿਆਂਦਾ ਸੀ। ਵੀਰਿਆ, ਨਾ ਤਾਂ ਕੁਝ ਖਾਣ ਨੂੰ ਦਿੱਤਾ ਹੈ ਤੇ ਨਾ ਹੀ ਇਹਨਾਂ ਨੂੰ ਕੋਈ ਕੱਪੜਾ ਦਿੱਤਾ, ਸਗੋਂ ਬੰਦ ਵੀ ਜ਼ਾਲਮਾਂ ਨੇ ਠੰਡੇ ਬੁਰਜ 'ਚ ਕੀਤਾ ਹੈ। ਭੈਣ ਕਹਿੰਦੀ, ਵੀਰੇ ਠੰਡਾ ਬੁਰਜ ਐਸਾ ਹੈ, ਇਹਦੇ ਥੱਲੇ ਦੀ ਚੱਲਦਾ ਪਾਣੀ, ਮੂਰੇ ਕੱਢੀ ਹੋਈ ਕੰਧ, ਥੱਲੇ ਦੀ ਹਵਾ ਲੰਘਦੀ ਕੰਧ ਨਾਲ ਟਕਰਾ ਕੇ ਜਦੋਂ ਉੱਪਰਲੇ ਹਿੱਸੇ ਵਿੱਚ ਦੀ ਆਉਂਦੀ, ਇਹ ਤਾਂ ਜੇਠ ਹਾੜ 'ਚ ਵੀ ਠੰਡਾ ਹੁੰਦਾ ਹੈ। ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਠੰਡਾ ਹੈ। ਉਸ ਠੰਡੇ ਬੁਰਜ ਵਿੱਚ ਬੱਚਿਆਂ ਨੂੰ ਰੱਖਿਆ 3 ਦਿਨ, ਕੁਛ ਵੀ ਖਾਣ ਪੀਣ ਨੂੰ ਨਹੀਂ ਦਿੱਤਾ। ਕਚਹਿਰੀ ਵਿੱਚ ਸੱਦ ਕੇ ਲਿਆਉਂਦੇ ਰਹੇ, ਕਹਿੰਦੇ ਰਹੇ ਤੁਸੀਂ ਕਹਿ ਦਿਓ ਅਸੀਂ ਸਿੱਖ ਨਹੀਂ ਹਾਂ। ਉੱਥੇ ਤਾਂ ਕਹਿੰਦੀ ਬਹੁਤ ਇਕੱਠ ਸੀ, ਪਰ ਸਾਹਿਬਜ਼ਾਦੇ ਕਹਿੰਦੇ ਅਸੀਂ ਤਾਂ ਸਿੱਖ ਹੀ ਹਾਂ, ਸਿੱਖੀ ਸਿਦਕ 'ਚ ਰਹਿਣਾ ਹੈ। ਉਹਨਾਂ ਨੂੰ ਕਿਹਾ ਵੀ ਅਮੀਰ ਘਰਾਣਿਆਂ ਦੀਆਂ ਚੰਗੀਆਂ ਸੋਹਣੀਆਂ ਲੜਕੀਆਂ ਵੇਖ ਕੇ ਤੁਹਾਡੇ ਵਿਆਹ ਕਰਵਾ ਦਿਆਂਗੇ, ਤੁਹਾਨੂੰ ਰਾਜ ਗੱਦੀਆਂ ਦੇਾਂਗੇ। ਪਰ ਗੁਰੂ ਕੇ ਲਾਲਾ ਨੇ ਸਾਫ਼ ਕਹਿਤਾ ਸੀ, ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬੇ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬੇ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬੇ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬੇ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬੇ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬੇ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬਿਆ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬਿਆ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬਿਆ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬਿਆ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬਿਆ ਤੇਰੇ ਰਾਜ ਨੂੰ। ਅਸੀਂ ਠਕਰਾਉਂਦੇ ਆਂ ਜੁੱਤੀ ਦੀ ਨੋਕ ਤੇ ਸੂਬਿਆ ਤੇਰੇ ਰਾਜ ਨੂੰ। ਉਹਨਾਂ ਨੇ ਨਾ ਤਾਂ ਰਾਜ ਭਾਗ ਕਬੂਲਿਆ, ਸੂਬੇ ਦੀ ਕਚਹਿਰੀ ਵਿੱਚ ਕੁੱਟਮਾਰ ਵੀ ਕੀਤੀ, ਪਿੱਪਲ ਨਾਲ ਬੰਨ੍ਹ ਕੇ ਬੱਚਿਆਂ ਦੇ ਗਲੇਲੇ ਵੀ ਮਾਰੇ, ਬੱਟੇ ਮਾਰੇ। ਸਿਪਾਹੀਆਂ ਨੇ ਉਹਨਾਂ ਨੂੰ ਡਰਾਉਣ ਦੇ ਵਾਸਤੇ ਹੱਥਾਂ ਦੇ ਉੱਤੇ ਅੱਗ ਦੇ ਅੰਗਿਆਰ ਵੀ ਰੱਖੇ, ਬਹੁਤ ਤਸੀਹੇ ਦਿੱਤੇ। ਮਲੇਰਕੋਟਲੇ ਵਾਲੇ ਨਵਾਬ ਨੇ ਹਾਂ ਦਾ ਨਾਰਾ ਜ਼ਰੂਰ ਮਾਰਿਆ ਵੀ ਇਸਲਾਮ 'ਚ ਨਹੀਂ ਲਿਖਿਆ ਕਿਸੇ ਬੱਚੇ ਤੇ ਜਾਂ ਬਜ਼ੁਰਗ ਮਾਤਾ ਤੇ ਜ਼ੁਲਮ ਕੀਤਾ ਜਾਵੇ, ਇਹਨਾਂ ਨੂੰ ਛੱਡ ਦਿਓ। ਸੂਬੇ ਨੇ ਪੁੱਛਿਆ ਸੀ ਜੇ ਤੁਹਾਨੂੰ ਛੱਡ ਦਈਏ ਤਾਂ ਕੀ ਕਰੋਗੇ? ਪਰ ਗੁਰੂ ਕੇ ਲਾਲ ਕਹਿੰਦੇ ਅਸੀਂ ਪਿੰਡਾਂ ਸ਼ਹਿਰਾਂ 'ਚ ਜਾਵਾਂਗੇ, ਖਾਲਸੇ ਨੂੰ ਇਕੱਠਾ ਕਰਕੇ ਤੁਹਾਡੇ ਜ਼ੁਲਮ ਦੇ ਖਿਲਾਫ ਅਸੀਂ ਟੱਕਰ ਲਵਾਂਗੇ। ਆਖੋ ਸਤਨਾਮ। ਨਵਾਬ ਦੀ ਝੇਪ ਨਹੀਂ ਮੰਨੀ, ਈਨ ਨਹੀਂ ਮੰਨੀ, ਡਰੇ ਨਹੀਂ, ਘਬਰਾਏ ਨਹੀਂ, ਡੋਲੇ ਨਹੀਂ। ਫਿਰ ਵੀਰੇ 13 ਪੋਹ ਨੂੰ ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ 'ਚ ਚਿਣਤਾ। ਕਹਿੰਦੀ ਇਹ ਵੀ ਸੁਣਿਆ ਵੀ ਮੋਤੀ ਰਾਮ ਹੈ ਇੱਥੇ ਮਹਿਰੇ ਸਿੱਖਾਂ 'ਚੋਂ। ਉਹਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਰਾਤ ਨੂੰ ਦੁੱਧ ਪਿਆਇਆ। ਜਦੋਂ ਕੰਧਾਂ 'ਚ ਸਾਹਿਬਜ਼ਾਦਿਆਂ ਨੂੰ ਚਿਣਿਆ, ਕੰਧਾਂ ਡਿੱਗ ਪਈਆਂ, ਅਜੇ ਜਿਉਂਦੇ ਸੀ। ਫਿਰ ਡਿੱਗੇ ਪਏ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਸ਼ਾਸਲ ਵੇਗ ਤੇ ਬਾਸਲ ਵੇਗ ਸਮਾਣੇ ਦੇ ਜਲਾਦਾਂ ਨੇ ਉਹਨਾਂ ਦੀਆਂ ਧੌਣਾਂ ਵੱਢੀਆਂ। ਆਖੋ ਸਤਨਾਮ। ਅੱਧੀਆਂ ਅੱਧੀਆਂ ਧੌਣਾਂ ਵੱਢ ਕੇ ਉਹਨਾਂ ਨੂੰ ਏਦਾਂ ਮਾਰਿਆ ਕਹਿੰਦੀ। ਤੇ ਜਦੋਂ ਸਾਹਿਬਜ਼ਾਦੇ ਸ਼ਹੀਦੀ ਪਾ ਗਏ, ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਵੀ ਠੰਡੇ ਬੁਰਜ 'ਚ ਬੰਦ ਸੀ। ਵੀਰਿਆ, ਕਈਆਂ ਤੋਂ ਤਾਂ ਸੁਣਿਆ ਵੀ ਮਾਤਾ ਜੀ ਨੇ 10ਵੇਂ ਦਵਾਰ ਥਾਣੀ ਆਪਣੇ ਪ੍ਰਾਣ ਕੱਢੇ, ਤੇ ਕਈ ਇਹ ਵੀ ਕਹਿੰਦੇ ਐ ਵੀ ਸੂਬੇ ਸਰਹੰਦ ਨੇ ਬੁਰਜ ਤੋਂ ਧੱਕਾ ਦੇਤਾ ਵੀ ਬੁੱਢੜੀ ਨੂੰ ਕੌਣ ਸਾਂਭੇ, ਜੇ ਜਿਉਂਦੀ ਰਹਿ ਗਈ ਤਾਂ ਇਹ ਆਪਣੇ ਪੁੱਤ ਗੋਬਿੰਦ ਸਿੰਘ ਨੂੰ ਸਾਡੇ ਵਿਰੁੱਧ ਭੜਕਾਊਗੀ। ਆਖੋ ਸਤਨਾਮ। ਐ 2 ਤਰ੍ਹਾਂ ਦੀਆਂ ਗੱਲਾਂ ਕਹਿੰਦੀ ਮੈਂ ਸੁਣੀਆਂ ਨੇ। ਭੈਣ ਦੱਸਦੀ ਆਪਣੇ ਭਰਾ ਨੂੰ।
ਉਦੋਂ ਬਾਅਦ ਕਹਿੰਦੀ ਇੱਥੇ ਕਾਕੜੇ ਪਿੰਡ ਕੋਈ ਦੀਵਾਨ ਟੋਡਰ ਮੱਲ ਸੇਠ ਹੈ, ਬਹੁਤ ਅਮੀਰ। ਉਹਨੇ ਸੂਬੇ ਨਾਲ ਗੱਲ ਕੀਤੀ ਵੀ ਆਪਾਂ ਸੰਸਕਾਰ ਕਰੀਏ, ਪਰ ਸੂਬਾ ਸਰਹੰਦ ਕਹਿੰਦਾ ਮੈਂ ਤਾਂ ਆਪਣੇ ਇਲਾਕੇ 'ਚ ਇਹਨਾਂ ਦਾ ਸੰਸਕਾਰ ਨਹੀਂ ਹੋਣ ਦੇਣਾ। ਜੇ ਕਰਨਾ ਹੈ ਤਾਂ ਸਿਉਨੇ ਦੀਆਂ ਮੋਹਰਾਂ ਟੇਢੀਆਂ ਵਿਛਾ ਕੇ ਕਿਨਾਰੀ ਪਰਨੇ ਜਗ੍ਹਾ ਖਰੀਦ ਲਓ। ਮੈਨੂੰ ਪਤਾ ਲੱਗਿਆ, ਕਹਿੰਦੀ ਫਿਰ ਦੀਵਾਨ ਟੋਡਰ ਮੱਲ ਨੇ 78,000 ਸੋਨੇ ਦੀ ਮੋਹਰ ਕਿਨਾਰੀ ਪਰਨੇ ਵਿਛਾ ਕੇ, ਸਿਉਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਖਰੀਦੀ ਹੈ। ਉਹਦੀ ਕੀਮਤ ਪਿਆਰਿਓ 2 ਅਰਬ 50 ਕਰੋੜ ਰੁਪਈਆ ਬਣਦੀ ਹੈ। ਸਿੱਖਾਂ ਦੇ ਨਾਂ ਹੀ ਹੈ ਵੀ ਸਭ ਤੋਂ ਮਹਿੰਗੀ ਜਗ੍ਹਾ ਖਰੀਦਣ ਦਾ ਵਿਸ਼ਵ ਰਿਕਾਰਡ ਗੁਰਮੁਖੋ। ਇੰਨੀ ਕਿ ਜਗ੍ਹਾ, ਇੰਨੀ ਕੀਮਤ ਤੇ ਅੱਜ ਤੱਕ ਕਿਸੇ ਨੇ ਨਹੀਂ ਖਰੀਦੀ। ਕਹਿੰਦੀ ਉਹਨੇ ਫਿਰ ਆਵਾਜ਼ਾਂ ਦਿੱਤੀਆਂ ਵੀ ਕੋਈ ਆਓ ਆਪਾਂ ਇਹਨਾਂ ਦਾ ਸੰਸਕਾਰ ਕਰੀਏ। ਸੂਬੇ ਸਰਹੰਦ ਤੋਂ ਡਰਦਾ ਕੋਈ ਨੇੜੇ ਨਹੀਂ ਸੀ ਆਉਂਦਾ। ਫਿਰ ਇੱਕ ਤਾਂ ਮੋਤੀ ਰਾਮ ਮਹਿਰਾ ਨਾਲ ਲੱਗਿਆ ਤੇ 2 ਕੋਈ ਰਾਮਾ ਤੇ ਤਲੋਕਾ ਬਠਿੰਡੇ ਜ਼ਿਲ੍ਹੇ ਦੇ ਆਏ ਸੀ, ਕਹਿੰਦੀ ਉਹ ਨਾਲ ਲੱਗੇ। ਬਲੀਆ ਪਠਾਨ ਇੱਕ ਨਾਲ ਲੱਗਿਆ। 4 ਜਣਿਆਂ ਨੇ ਮਾਤਾ ਜੀ ਦਾ ਸਰੀਰ ਚੁੱਕਿਆ। ਦੀਵਾਨ ਟੋਡਰ ਮੱਲ ਨੇ ਜੋਰਾਵਰ ਸਿੰਘ ਦਾ ਮ੍ਰਿਤਕ ਸਰੀਰ ਚੁੱਕਿਆ। ਉਹਦੇ ਘਰ ਵਾਲੀ ਨੇ ਫਤਿਹ ਸਿੰਘ ਦਾ ਸਰੀਰ ਚੁੱਕਿਆ। ਉਹਨਾਂ ਦਾ ਤਾਂ ਸੰਸਕਾਰ ਵੀ ਹੋ ਗਿਆ। ਆਖੋ ਸਤਨਾਮ। ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਨਾ ਗੁਰਮੁਖੋ, ਇੱਥੇ ਸੰਸਕਾਰ ਕੀਤਾ ਸੀ। ਜਦੋਂ ਭੈਣ ਨੇ ਇਦਾਂ ਸਾਰਾ ਕੁਝ ਦੱਸਿਆ, ਫਿਰ ਨੂਰੇ ਮਾਹੀ ਤੋਂ ਰਿਹਾ ਨਾ ਗਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ, 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 ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ। ਸੁਣ ਕੇ ਤੇ ਭੈਣ ਨੂਰੋ ਦੀਆਂ ਗੱਲਾਂ ਨੂੰ ਦਿਲ ਦੇ ਸਮੁੰਦਰ ਨੇ ਮਾਰਿਆ ਛੱਲਾਂ ਨੂੰ। ਜਾਵੇ ਪਾਣੀ ਅੱਖੀਆਂ ਦੇ ਟਾਹੇ ਖਾਰਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ। ਚੱਲ ਭੈਣੇ ਮੈਨੂੰ ਉਹ ਦਿਖਾ ਦੇ ਕੰਦਨੀ, ਜਿਹਦੇ ਵਿੱਚ ਚਿਣੇ ਦੁਨੀਆ ਦੇ ਚੰਦਨੀ। ਲੁੱਟਿਆ ਜਿੱਥੇ ਮਾਲ ਗੁਰੂ ਦੇ ਬਾਜ਼ਾਰ ਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ। ਮਸਾ ਭੈਣ ਫੜ ਕੇ ਲਿਆਈ ਘਰ ਨੂੰ, ਤੇਰੇ ਨਾਲੋਂ ਦੁੱਖ ਜ਼ਿਆਦਾ ਕਲਗੀਧਰ ਨੂੰ। ਤੂੰ ਕਿਉਂ ਇੱਥੇ ਰੋ ਕੇ ਵਕਤ ਗੁਜ਼ਾਰਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ, ਚੱਲਿਆ ਨਾ ਜਾਵੇ ਨੂਰੂ ਤਾਹਾਂ ਮਾਰਦਾ। ਨੂਰੇ ਮਾਹੀ ਨੇ ਫਿਰ ਤਾਹਾਂ ਮਾਰੀਆਂ। ਭੈਣ ਕਹਿੰਦੀ ਵੀਰੇ ਪੁੱਤਰਾਂ ਦੇ ਦੁੱਖ ਸਹਿਣੇ ਬਹੁਤ ਔਖੇ ਹੁੰਦੇ ਆ, ਦੱਸੇਗਾ ਕਿਵੇਂ ਜਾ ਕੇ? ਕਲਗੀਧਰ ਨੂੰ ਬਹੁਤ ਦੁੱਖ ਲੱਗਣਾ ਹੈ, ਭਾਵੇਂ ਅਵਤਾਰ ਹੀ ਹੈ, ਹਿਰਦਾ ਹਿੱਲੂਗਾ ਇੱਕ ਵਾਰੀ ਤਾਂ ਕਹਿੰਦੇ। ਉੱਥੇ ਫਿਰ ਨੂਰੇ ਮਾਹੀ ਨੇ ਰਾਤ ਕੱਟੀ ਗੁਰੂ। ਰਾਤ ਦੇ ਸਮੇਂ ਕੰਧ ਦੇਖ ਕੇ ਆਇਆ। ਜਦੋਂ ਜਾ ਕੇ ਭੈਣ ਨੇ ਦਿਖਾਈ, ਦਵਾਲ ਜੀ ਭੱਜ ਕੇ ਟੱਕਰ ਮਾਰੀ ਜ਼ੋਰ ਨਾਲ। ਇਹ ਚੌੜਾ ਥੜਾ ਬਣਾ ਕੇ ਨਾ ਵਿੱਚ ਚਿਣਿਆ ਸੀ ਸਾਹਿਬਜ਼ਾਦਿਆਂ ਨੂੰ। ਉਹ ਇੱਟਾਂ ਪਈਆਂ ਸੀ। ਜਦੋਂ ਭੈਣ ਨੇ ਦੱਸਿਆ ਨਾ ਵੀ ਇੱਥੇ ਚਿਣੇ ਨੇ, ਨੂਰੇ ਮਾਹੀ ਨੇ ਤਾਂ ਟੱਕਰ ਮਾਰੀ ਗੁਰਮੁਖੋ, ਸਿਰ ਚੋਂ ਲਹੂ ਵੀ ਨਿਕਲਿਆ। ਮਸਾਂ ਭੈਣ ਲਿਆਈ ਫੜ ਕੇ, ਕਹਿੰਦੀ ਲੈ ਭੋਜਨ ਪ੍ਰਸ਼ਾਦਾ ਛਕ। ਹੁਣ ਕਹਿੰਦਾ ਬੁਰਕੀ ਨਹੀਂ ਲੰਘਦੀ। ਭੁੱਖਾ ਭਾਣਾ ਗੁਰਮੁਖ ਪਿਆਰਿਓ ਉੱਥੇ ਨੂਰਾ ਮਾਹੀ ਰਾਤ ਕੱਟਦਾ। ਦੂਜੇ ਦਿਨ ਸਵੇਰੇ ਹੀ ਗੁਰਮੁਖ ਪਿਆਰਿਓ ਨੂਰਾ ਮਾਹੀ ਭੈਣ ਨੂੰ ਕਹਿੰਦਾ ਚੰਗਾ ਭੈਣੇ ਮੈਂ ਜਾਣਾ, ਸਤਿਗੁਰ ਉਡੀਕਦੇ ਹੋਣਗੇ। ਆਖੋ ਸਤਨਾਮ।
उस वेले फिर जांदा जांदा कहंदा पट्टी गई जड़ काजियां ते मुल्लां दी, पत्थरां च रोलती सुगंधी फुल्लां दी। लख लाहनतां कहंदा सुच्चे नंद नूं, कदे सुच्चा नंद नूं सीतर घर दा झल्लिया ना जावे, नूरू ताहां मारदा। लाहनतां पाउंदा भैण नूं मिल के गुरमुख प्यारिओ, ਨੂਰਾ ਮਾਹੀ ਤੁਰਿਆ ਜਾਂਦਾ ਤੇ ਆਉਂਦਾ ਆਉਂਦਾ ਵੀ ਰੋਈ ਜਾਵੇ। ਕਹਿੰਦੇ ਨੇ ਸੁਣੀ ਜਿਨ੍ਹਾਂ ਨੇ ਦਰਦ ਦੀ ਫਰਦ ਸਾਰੀ, ਤਾਹਾਂ ਮਾਰ ਕੇ ਤੇ ਨਾਰੀ ਨਰ ਰੋਏ। ਹੁਬਕੀ ਵੱਜ ਗਈ ਬੱਚਿਆਂ ਦੇ ਦੁੱਖ ਵਾਲੀ, ਮਾਈ ਭਾਈ ਭੈਣਾ ਘਰ ਘਰ ਰੋਏ। पानी सिम्मिया सुकियां लकड़ां चों, फुल फसलां दे नैन भर रोए। आया जिथों दी माही बिरलाप करदा, सारे जंगलां दे जानवर रोए। ਨੂਰਾ ਮਾਹੀ फिर तुरिया आउंदा है ते इधर सतगुर सिख नूं वारी वारी कहंदे आ, सिखा देख भला जंड ते चढ़ के आ रहा किते ਨੂਰਾ ਮਾਹੀ। ये लम्मे जटपुरे जंड हुण भी हैगा, किते जाओ दर्शन करियो फिर पता लगदा गुरमुख। 21 दिन सतगुर उत्थे रहे। उत्थे 2 गुरुद्वारा साहब बने हुए हैं। एक तां गुरुसर पंजूआणा साहब जिथे महाराज दिने आउंदे हुंदे, एक अंदर गुरुद्वारा साहब है पिंड दे जिहनूं कहा जांदा छोटा दमदमा साहब। वो घर सी सिखां सेवकां दा। घरे महाराज रात नूं रात कट्टण जांदे, दिने आके बाहर दीवान सजाउंदे सी। माघी दा मेला महाराज ने पंजूआणे मनाया गुरमुख, क्योंकि माघ दे महीने तकरीबन 7 माघ तक उत्थे रहे ने गुरमुख। इतिहास दसदा है जिथे हुण सरोवर बनिया ना, उत्थे गुरुद्वारा साहिब च ढाब हुंदी सी, पुरानी पानी वाली ढाब। ते उथों 5 बुक गार दे महाराज ने कढ़ के कहा सी इत्थे बहुत पवित्र सरोवर बनना है, जेड़ा माई भाई शरदा नाल आके इशनान करू, बाणी पढ़ू, सेवा करू, ओदियां कुलां तर जाणगीआं। आखो सतनाम। धन गुरु गोबिंद सिंह महाराज सिख नूं कहंदे, सिखा जंड ते चढ़ के वेख के ते ਨੂਰਾ ਮਾਹੀ आ रहा है। सिख ने दसिया, महाराज कोई आ तां रहा है घोड़ा भजाई, पता नहीं लगता कौन है। 2-3 बारी फेर चढ़ाया, नेड़े आया, जदों दसता भी हाँ महाराज आ गया ਨੂਰਾ। दरबार साहब दे विच ना भोरा साहब बनिया होया। संत महापुरख बाबा बलवीर सिंह होना ने सेवा करवाई। भोरे दे विच थल्ले हुण भी वो निशानी है जिथे महाराज ने काही दा बूटा पट्टिया सी। गुरु धन गुरु गोबिंद सिंह महाराज हेठां बैठे, सिख संगत आले दुआले बैठी। इन्ने नूं ਨੂਰਾ ਮਾਹੀ आया ते आके गुरु जी दे चरनां च नमस्कार करके बह गया। गुरु महाराज कहंदे, सुना ਨੂਰਿਆ, ਜਿਹੜੇ ਕੰਮ ਤੈਨੂੰ ਭੇਜਿਆ ਸੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਬਾਰੇ ਪਤਾ ਕਰਨ, ਉਹਨਾਂ ਬਾਰੇ ਦੱਸ ਮੈਨੂੰ ਗੱਲ। ਤੇ ਜਦੋਂ ਮਹਾਰਾਜ ਨੇ ਇੰਨਾ ਪੁੱਛਿਆ, ਗੁਰਮੁਖੋ ਨੂਰਾ ਮਾਹੀ ਤਾਂ ਧਾਹਾਂ ਮਾਰ ਮਾਰ ਕੇ ਰੋਣ ਲੱਗ ਗਿਆ। ਕਿਵੇਂ ਦੱਸਦਾ? ਉੱਚੀ ਉੱਚੀ ਰੋਂਦਾ ਹੈ। ਮਹਾਰਾਜ ਨੇ ਪਿਆਰ ਨਾਲ ਗਲਵੱਕੜੀ ਚ ਲਿਆ, ਕਹਿੰਦੇ ਰੋ ਨਾ। ਕੀ ਹੋਇਆ ਜੇ 4 ਦਿਨ ਸਖਤ ਆ ਗਏ, ਇੱਥੇ ਸਦਾ ਮਜਬੂਰੀਆਂ ਰਹਿੰਦੀਆਂ ਨਹੀਂ। ਜੇ ਹੱਸ ਕੇ ਕੰਮ ਨਾ ਬਣੇ ਤੇਰਾ, ਫਿਰ ਰੋਇਆਂ ਵੀ ਪੂਰੀਆਂ ਪੈਂਦੀਆਂ ਨਹੀਂ। ਰੋਇਆਂ ਤੋਂ ਨਹੀਂ ਕੁਛ ਬਣਨਾ। ਸਿੰਘ ਸੂਰਮੇ ਦਲੇਰ ਰੋਂਦੇ ਨਹੀਂ ਹੁੰਦੇ। ਗੱਲ ਦੱਸ ਹੋਇਆ ਕੀ ਹੈ? फिर ਨੂਰੇ ਮਾਹੀ ने गल च पल्ला पाया होया सी, इदां ना अखां नूं पूंझिया। गुरु कवि जन लिखते ने, फिर उन्हें दस्सिया सी सारा हाल। महाराज जदों सरसा तो परिवार दा विछोड़ा पिया, गंगू ने घर ले गया माता जी ते साहिबजादियां नूं, माया दे लालच विच मोरिंडे जाके गिरफ्तार करवाते। उथों फिर जानी मानी खां लियाए सरहंद, 3 दिन ठंडे बुरज च रखिया। जालमा ने खाण नूं कुछ नहीं दिता, पर सुनिया भी कोई मोती राम मेहरा दुध पिउंदा रहा। लालच भी दिते, डरावे भी दिते, तुहाडे नौ निहाल डोले नहीं। पर सच्चे पातशाह आखिरकार काजी ने फतवा लाता भी नीहां च चिण दिओ।
ਪਾਤਸ਼ਾਹ ਕਹਿੰਦੇ ਸੱਚੀ ਸੱਚੀ ਦੱਸੀ, ਉੱਥੇ ਕਿਸੇ ਨੇ ਕਿਹਾ ਨਹੀਂ ਵੀ ਇਹ ਜ਼ੁਲਮ ਨਾ ਕਰੋ। ਜਿਵੇਂ ਭਾਈ ਜੈਤੇ ਨੂੰ ਪੁੱਛਿਆ ਸੀ ਨਾ, ਇੱਥੇ ਹੀ ਪੁੱਛਿਆ ਮਹਾਰਾਜ ਨੇ। ਕਹਿੰਦਾ ਜੀ ਮਲੇਰਕੋਟਲੇ ਵਾਲੇ ਨਵਾਬ ਨੇ ਸੁਣਿਆ ਵੀ ਜ਼ਰੂਰ ਹਾਂ ਦਾ ਨਾਰਾ ਮਾਰਿਆ ਸੀ, ਵੀ ਸ਼ਰ੍ਹਾ 'ਚ ਨਹੀਂ ਲਿਖਿਆ ਬੱਚਿਆਂ ਤੇ ਜਾਂ ਬਜ਼ੁਰਗਾਂ ਤੇ ਜ਼ੁਲਮ ਹੋਵੇ। ਬਾਦਸ਼ਾਹ ਕਹਿੰਦੇ ਠੀਕ ਹੈ। ਅੱਛਾ ਅੱਗੇ ਕੀ ਹੋਇਆ? ਫਿਰ ਦੱਸਿਆ, ਕਹਿੰਦਾ ਮਹਾਰਾਜ ਮਾਤਾ ਜੀ ਵੀ ਬੱਚਿਆਂ ਨੂੰ ਦਿਲਾਸਾ ਦਿੰਦੇ ਰਹੇ। ਆਖਰਕਾਰ 13 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਰਹੇ ਸੀ। ਗੋਡਿਆਂ ਤੱਕ ਕੰਧ ਜਦੋਂ ਆਈ, ਮਿਸਤਰੀ ਲੱਗਿਆ ਸੀ ਇੱਟ ਭੰਨ ਕੇ ਲਾਉਣ। ਸਾਹਿਬਜ਼ਾਦੇ ਕਹਿੰਦੇ ਤੂੰ ਆਮ ਕੰਧ ਨਹੀਂ ਉਸਾਰ ਰਿਹਾ, ਇਹ ਸਿੱਖੀ ਦਾ ਮਹਿਲ ਬਣਨਾ, ਕੋਈ ਟੁੱਟੀ ਭੱਜੀ ਇੱਟ ਨਾ ਲਾਈ। ਮਹਾਰਾਜ ਕਹਿੰਦੇ ਫੇਰ, ਕਹਿੰਦਾ ਜੀ ਫਿਰ ਸੂਬਾ ਸਰਹੰਦ ਕਹਿੰਦਾ ਵੀ ਇਹਨਾਂ ਦੇ ਮਾਰ ਕੇ ਟੇਸੀਆਂ ਗੋਡੇ ਤੋੜੋ, ਕੰਧਾਂ ਤਾਂ ਨਹੀਂ, ਇੱਟ ਤਾਂ ਨਹੀਂ ਤੋੜੀ। ਸੁਣਿਆ ਵੀ ਟੇਸੀ ਮਾਰ ਮਾਰ ਕੇ ਚੱਪਣੀਆਂ ਭੰਨੀਆਂ ਸਾਹਿਬਜ਼ਾਦਿਆਂ ਦੀਆਂ। ਭਾਈ ਦਇਆ ਸਿੰਘ ਧਰਮ ਸਿੰਘ ਹੋਣੀ ਉੱਚੀ ਉੱਚੀ ਰੋ ਪਏ। ਇਹ 7 ਤੇ 9 ਸਾਲ ਦੇ ਮਾਸੂਮ, ਠੰਡ ਦੇ ਵਿੱਚ ਤਾਂ ਠੋਕਰ ਵੱਜੇ ਗੁਰਮੁਖੋ ਜਾਨ ਨਿਕਲ ਜਾਂਦੀ ਹੈ। ਗ੍ਰਸਤੀ ਬੈਠੇ ਭੁੱਖੇ ਭਾਣੇ, ਇੱਕ ਪਰਿਵਾਰ ਦੇ ਵਿਛੋੜੇ ਦਾ ਦੁੱਖ। ਦਇਆ ਸਿੰਘ ਧਰਮ ਸਿੰਘ ਹੋਣੀ ਤਾਂ ਉੱਚੀ ਉੱਚੀ ਰੋ ਪਏ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਸੀ ਨਾਲ ਜਦੋਂ ਸੱਟ ਲੱਗੀ ਸੀ ਕਰਾਰੀ, ਮੇਰੇ ਫਤਿਹ ਸਿਉ ਨੇ ਉਸ ਵੇਲੇ ਚੀਕ ਤਾਂ ਨਹੀਂ ਮਾਰੀ। ਕਹਿੰਦੇ ਦੱਸ ਆਖਰਕਾਰ ਬੱਚਾ ਸੀ, ਜਦੋਂ ਟੇਸੀ ਮਾਰੀ ਹੋਣੀ ਆ ਗੋਡੇ ਤੇ ਉਹਨੇ ਚੀਕ ਤਾਂ ਨਹੀਂ ਮਾਰੀ। ਕਹਿੰਦਾ ਨਹੀਂ ਮਹਾਰਾਜ ਮੇਰੀ ਭੈਣ ਨੇ ਦੱਸਿਆ, ਉਹਨਾਂ ਨੇ ਤਾਂ ਅਰਦਾਸ ਕੀਤੀ ਸੀ। ਬੱਚਿਆਂ ਨੇ ਕੀਤੀ ਅਰਦਾਸ ਖੜ ਕੇ, ਆਜਾ ਬਾਜਾਂ ਵਾਲਿਆ ਕੋੜੇ ਤੇ ਚੜ ਕੇ। ਬੱਚਿਆਂ ਨੇ ਕੀਤੀ ਅਰਦਾਸ ਖੜ ਕੇ, ਆਜਾ ਬਾਜਾਂ ਵਾਲਿਆ ਕੋੜੇ ਤੇ ਚੜ ਕੇ। ਬੱਚਿਆਂ ਨੇ ਕੀਤੀ ਅਰਦਾਸ ਖੜ ਕੇ, ਆਜਾ ਬਾਜਾਂ ਵਾਲਿਆ ਕੋੜੇ ਤੇ ਚੜ ਕੇ। ਬੱਚਿਆਂ ਨੇ ਕੀਤੀ ਅਰਦਾਸ ਖੜ ਕੇ, ਆਜਾ ਬਾਜਾਂ ਵਾਲਿਆ ਕੋੜੇ ਤੇ ਚੜ ਕੇ। ਬੱਚਿਆਂ ਨੇ ਕੀਤੀ ਅਰਦਾਸ ਖੜ ਕੇ, ਆਜਾ ਬਾਜਾਂ ਵਾਲਿਆ ਕੋੜੇ ਤੇ ਚੜ ਕੇ। ਬੱਚਿਆਂ ਨੇ ਕੀਤੀ ਅਰਦਾਸ ਖੜ ਕੇ, ਆਜਾ ਬਾਜਾਂ ਵਾਲਿਆ ਕੋੜੇ ਤੇ ਚੜ ਕੇ। ਸੱਚੇ ਪਾਤਸ਼ਾਹ ਡੋਲਿਆ ਨਹੀਂ ਕੋਈ, ਉਹ ਤਾਂ ਸਗੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਰਹੇ। ਆਖੋ ਸਤਨਾਮ ਵਾਹਿਗੁਰੂ। ਇੰਨੀ ਗੱਲ ਮਹਾਰਾਜ ਨੂੰ ਨੂਰੇ ਮਾਹੀ ਨੇ ਦੱਸੀ। ਸਤਿਗੁਰ ਕਹਿੰਦੇ ਫੇਰ, ਕਹਿੰਦਾ ਪਾਤਸ਼ਾਹ ਨੀਹਾਂ ਵਿੱਚ ਸਾਹਿਬਜ਼ਾਦੇ ਜਦੋਂ ਚਿਣੇ ਤੇ ਕੰਧਾਂ ਡਿੱਗੀਆਂ, ਫਿਰ ਡਿੱਗੇ ਪਿਆਂ ਦੇ ਉਹਨਾਂ ਦੀਆਂ ਸਾਹ ਰਗਾਂ ਵੱਡੀਆਂ, ਅੱਧੀਆਂ ਅੱਧੀਆਂ ਧੌਣਾ ਵੱਢ ਕੇ ਉਹਨਾਂ ਨੂੰ ਸ਼ਹੀਦ ਕੀਤਾ। ਤੇ ਮਾਤਾ ਜੀ ਵੀ ਸਰੀਰ ਛੱਡ ਗਏ। ਉਹਨਾਂ ਦਾ ਤਾਂ ਕਿਸੇ ਸਹਿਜ ਧਾਰੀ ਸਿੱਖ ਨੇ ਸੰਸਕਾਰ ਵੀ ਕਰਤਾ। ਲੋ ਬੋਲਿਓ ਸਾਰੇ। ਸੁੱਚਾਨੰਦ ਤੇ ਵਜੀਦੇ ਬੇਈਮਾਨ ਨੇ, ਕੋਹੇ ਤੇਰੇ ਲਾਲ ਗੁਰੂਆ। ਸੁੱਚਾਨੰਦ ਤੇ ਨੰਦ ਤੇ ਵਜੀਦੇ ਬੇਈਮਾਨ ਨੇ, ਕੋਹੇ ਤੇਰੇ ਲਾਲ ਗੁਰੂਆ। ਸੁੱਚਾਨੰਦ ਤੇ, ਸੁੱਚਾਨੰਦ ਤੇ ਵਜੀਦੇ ਬੇਈਮਾਨ ਨੇ, ਕੋਹੇ ਤੇਰੇ ਲਾਲ ਗੁਰੂਆ। ਸੁੱਚਾਨੰਦ ਤੇ, ਸੁੱਚਾਨੰਦ ਤੇ ਵਜੀਦੇ ਬੇਈਮਾਨ ਨੇ, ਕੋਹੇ ਤੇਰੇ ਲਾਲ ਗੁਰੂਆ। ਸੁੱਚਾਨੰਦ ਤੇ, ਸੁੱਚਾਨੰਦ ਤੇ ਵਜੀਦੇ ਬੇਈਮਾਨ ਨੇ, ਕੋਹੇ ਤੇਰੇ ਲਾਲ ਗੁਰੂਆ। ਸੁੱਚਾਨੰਦ ਤੇ, ਸੁੱਚਾਨੰਦ ਤੇ ਵਜੀਦੇ ਬੇਈਮਾਨ ਨੇ, ਕੋਹੇ ਤੇਰੇ ਲਾਲ ਗੁਰੂਆ। ਸੁੱਚਾਨੰਦ ਤੇ ਨੂਰੇ ਮਾਹੀ ਨੇ ਗਲ 'ਚ ਪੱਲਾ ਪਾ ਲਿਆ। ਨੂਰੇ ਮਾਹੀ ਨੇ ਗਲ 'ਚ ਪੱਲਾ ਪਾ ਲਿਆ। ਦੋਵੇਂ ਹੱਥ ਜੋੜ ਲਏ ਜਲ ਜਿੰਨਾ ਚੋਂ ਬੈਰਾਗ ਨਾਲ ਜਾਂਦਾ ਸੀ। ਨੇਤਰ ਨਚੋੜ ਲਏ, ਦਿਲ ਕੰਬਦਾ ਕਲੇਜਾ ਆਵੇ ਤਾਹਾਂ ਨੂੰ। ਦੱਸਾਂ ਕਿਵੇਂ ਹਾਲ ਗੁਰੂਆ। ਸੁੱਚਾਨੰਦ ਤੇ
ते बजीदे बेईमान ने ओहे तेरे लाल गुरुआ सुच्चा नंद ते बजीदे बेईमान ने ओहे तेरे लाल गुरुआ सुच्चा नंद ते पहला 3 दिन रखे भुखे पाने ही पहला 3 दिन रखे भुखे पाने ही बुरज बिच ठंडे ठार दे नित सद के सरा दे विच लियाउण लई रहे पापी घूर कार दे चेप मन के नवाब दीना चेंज के तेरे नौ निहाल गुरुआ सुच्चा नंद ते बजीदे बेईमान ने ओहे तेरे लाल गुरुआ सुच्चा नंद ते बजीदे बेईमान ने ओहे तेरे लाल गुरुआ सुच्चा नंद ते पापी गंगू ने मोरिंडे जाके दसिया पापी गंगू ने मोरिंडे जाके दसिया मोरां दी चोरा के खुरजी फड़ उन्होंने सरहंद विच भेजते बच्चे थोड़े सतगुर जी माता बिरद रही आ दुख कटदी पोतरियां दे नाल गुरुआ सुच्चा नंद ते बजीदे बेईमान ने ओहे तेरे लाल गुरुआ सुच्चा नंद ते बजीदे बेईमान ने ओहे तेरे लाल गुरुआ सुच्चा नंद ते बिच कंध दे रतन थोड़े चिणते बिच कंध दे रतन थोड़े चिणते तेरा पोदे सोमवार नू थां खरीद के सहज तारी सिख ने कर दिता संस्कार नू नाले माता भी पराना चोला छड्ड दी लगे सुन लाल गुरुआ सुच्चा नंद ते बजीदे बेईमान ने ओहे तेरे लाल गुरुआ सुच्चा नंद ते बजीदे बेईमान ने ओहे तेरे लाल गुरुआ सुच्चा नंद ते इस तरह हाल दसिया गुरमुखो सारा। उथे राए कल्ला भाई दया सिंह धर्म सिंह मान सिंह नूरा माही ते होर भी संगत बहुत बैठी लम्मे पिंड दी ते मेरे सतगुरु गुरु गोबिंद सिंह महाराज नाले तां हाल सुनी जांदे ऐ नाले तीर दी नोक नाल काही दे बूटे नूं फरोली जांदे ऐ जड़ दस के कहानी जदों नूरा हटिया गया बूटा काही दा तुरत पटिया ते नूरा माही कहंदा सच्चे पातशाह नहींओ लभणे लाल गुआचे मिट्टी ना फरोल जोगिया नहींओ लभणे लाल गुआचे मिट्टी ना फरोल जोगिया लभणे लाल गुआचे मिट्टी ना फरोल जोगिया नहींओ 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 लभणे लाल गुआचे मिट्टी ना फरोल जोगिया पातशाह कहंदे नूरिया मैं मिट्टी नहीं फरोलदा देख इधर मिट्टी फरोलदियां काही दे बूटे दी जड़ पटती गुरमुख दस के कहानी जदों नूरा हटिया गया बूटा काही दा तुरत पटिया महाराज कहंदे ये काही दे बूटे दी जड़ ना समझी ये तां मुगल राज दी मैं जड़ पट्टी आया आखो सतनाम
ਕਹਿੰਦੇ ਨੇ ਮਹਾਰਾਜ ਨੇ ਜਦੋਂ ਇਦਾਂ ਕਿਹਾ ਨਾ, ਰਾਏ ਕੱਲਾ ਸੋਚੀ ਪੈ ਗਿਆ। ਦੱਸ ਕੇ ਕਹਾਣੀ ਜਦੋਂ ਨੂਰਾ ਹਟਿਆ, ਗਿਆ ਬੂਟਾ ਕਾਹੀ ਦਾ ਤੁਰਤ ਪੱਟਿਆ, ਪੱਟੀ ਗਈ ਜੜ ਕਹਿੰਦੇ ਤੁਰਕਾਨ ਦੀ, ਨਸਲਬੰਦ ਦੇਸ਼ ਤੋਂ ਮੁਸਲਮਾਨ ਦੀ। ਤੁਰਕਾਂ ਦੀ ਜੜ ਪੱਟੀ ਗਈ ਕਹਿੰਦੇ। ਰਾਏ ਕੱਲੇ ਨੇ ਤਾਂ ਜਦੀ ਮੌਕਾ ਵਿਚਾਰਿਆ, ਮੇਰੇ ਸਤਿਗੁਰ ਦੇ ਪੈਰੀ ਹੱਥ ਲਾਤੇ। ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਹੋ ਤੁਰਕਾਂ ਦੀ ਜੜ ਪੱਟੀ ਗਈ, ਮੁਸਲਮਾਨਾਂ ਦੀ ਨਸਲ ਬੰਦ, ਪਰ ਮੈਂ ਵੀ ਤਾਂ ਮੁਸਲਮਾਨ ਹੀ ਹਾਂ, ਅਸੀਂ ਤਾਂ ਤੁਹਾਡੇ ਸੇਵਕਾਂ, ਕਿਰਪਾ ਕਰੋ ਮੈਨੂੰ ਤਾਂ ਬਚਾਓ ਜਿਵੇਂ ਬਚਦਾ ਗੁਰੂ, ਜ਼ੁਲਮ ਦੀ ਅੱਗ 'ਚ ਮੈਂ ਕਿਉਂ ਮੱਚਦਾ ਗੁਰੂ। ਪਾਪ ਕੱਲੇ ਵਜੀਦੇ ਨੇ ਕੀਤਾ ਤੇ ਸਤਿਗੁਰ ਕਹਿੰਦੇ ਨੇ, ਮਹਾਰਾਜ ਕਹਿੰਦੇ ਰਾਏ ਕੱਲੇ ਤੂੰ ਫਿਕਰ ਨਾ ਕਰ, ਰੱਖਿਓ ਭਰੋਸਾ ਉੱਤੇ ਸਾਡੇ ਵਰ ਦੇ, ਰਹੋ ਸ਼ਰਧਾਲੂ ਬਣ ਗੁਰੂ ਘਰ ਦੇ। ਜਿਹੜੇ ਗੁਰੂ ਘਰ ਦੇ ਸ਼ਰਧਾਲੂ ਬਣੇ ਰਹਿਣਗੇ ਉਹਨਾਂ ਦਾ ਨਹੀਂ ਵਾਲ ਵਿੰਗਾ ਹੁੰਦਾ। ਮੇਰੇ ਸਤਿਗੁਰ ਨੇ ਉੱਥੇ ਇੱਕ ਤਾਂ ਰਹਿਲ, ਇੱਕੋ ਗੰਗਾ ਸਾਗਰ ਗੁਰੂ, ਇੱਕ ਤਲਵਾਰ ਗਾਤਰੇ ਪਾਈ ਹੋਈ ਸੀ, ਉਹ ਰਾਏ ਕੱਲੇ ਨੂੰ ਦੇਤੀ। ਆਖੋ ਸਤਨਾਮ। ਗਲੋਂ ਲਾ ਕੇ ਦਿੱਤੀ ਗੁਰਾਂ ਤਲਵਾਰ ਜੀ, ਆ ਲੈ ਰਾਜ ਦੇਤਾ ਤੈਨੂੰ ਦੂਜੀ ਵਾਰ। ਕਹਿੰਦੇ ਤੈਨੂੰ ਦੂਜੀ ਵਾਰ ਰਾਜ ਦੇ ਰਹੇ ਆ। ਆਪਾਂ ਨੂੰ ਵੀ ਦੇਖੋ ਕਿਹਾ ਨਾ ਵੀ ਅੰਮ੍ਰਿਤ ਛਕੋ, ਸ੍ਰੀ ਸਾਹਿਬਾਂ ਪਹਿਨੋ, ਇਹ ਦਿਖਾਵੇ ਨੂੰ ਨਹੀਂ ਦਿੱਤੀਆਂ ਗੁਰਮੁਖੋ। ਉੱਥੇ ਹੀ ਮਹਾਰਾਜ ਨੇ ਕਿਹਾ ਸੀ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਕੀ ਹੋਇਆ ਜੇ ਖਾਲਸੇ ਪੰਥ ਤੇ ਕਹਿੰਦੇ ਵਿਪਤਾ ਦਾ ਸਮਾਂ, ਸਭ ਇਕੱਠੇ ਹੋ ਜਾਣੇ। ਜੇ ਕੋਈ ਪੰਥ ਤੋਂ ਆਕੀ ਹੋ ਕੇ ਚੱਲੂ ਉਹ ਨਹੀਂ ਬਚੂਗਾ, ਕਹਿੰਦੇ ਖਾਲਸੇ ਦਾ ਰਾਜ ਆਊਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਵੀ ਸ੍ਰੀ ਸਾਹਿਬ ਦੇ ਰਹੇ ਆ, ਗਲੋਂ ਲਾ ਕੇ ਦਿੱਤੀ ਗੁਰਾਂ ਤਲਵਾਰ ਜੀ, ਆ ਲੈ ਰਾਜ ਦੇਤਾ ਤੈਨੂੰ ਦੂਜੀ ਵਾਰ ਜੀ। ਇਹ ਰਾਖੀ ਕਰੂ ਜੜਾਂ ਤੇਰੀਆਂ ਦੀ ਵੀ, ਕਾਇਮ ਗੱਦੀ ਰਹੂਗੀ ਮਲੇਰੀਆਂ ਦੀ ਵੀ। ਉੱਥੇ ਵਰ ਦਿੱਤਾ ਸੀ, ਕਹਿੰਦੇ ਤੇਰੀਆਂ ਜੜਾਂ ਦੀ ਰਾਖੀ ਕਰੂ। ਤੇ ਮਲੇਰੀਏ ਨੇ ਜਿਹਨੇ ਹਾਂ ਦਾ ਨਾਰਾ ਮਾਰਿਆ ਸੀ, ਉਹਦੀ ਵੀ ਗੱਦੀ ਕਾਇਮ ਰਹੂਗੀ। ਇਸ ਤਰ੍ਹਾਂ ਦੇ ਵਰ ਮੇਰੇ ਸਤਿਗੁਰ ਨੇ ਦਿੱਤੇ। ਨੂਰੇ ਮਾਹੀ ਜਿਉਂਦਾ ਵਸਦਾ ਰਹਿ, ਤੇਰਾ ਵੀ ਰਹਿੰਦੀ ਦੁਨੀਆ ਤੱਕ ਗੁਰੂ ਦਰਬਾਰਾਂ 'ਚ ਨਾਂ ਲਿਆ ਕਰਨਗੇ। ਉਹਨੂੰ ਵੀ ਵਰ ਦਿੱਤਾ। ਪਰ ਪਿਆਰਿਓ ਇਸ ਤਰ੍ਹਾਂ 21 ਦਿਨ ਸਤਿਗੁਰ ਲੰਮੇ ਜੱਟਪੁਰੇ ਰਹੇ, 3 ਦਿਨ ਰਾਏਕੋਟ ਵੀ ਚਰਨ ਪਾਏ, ਦੋਵੇਂ ਥਾਵਾਂ ਪੂਜਣ ਯੋਗ ਨੇ। ਅੱਜ ਜਦੋਂ ਜਾਈਦਾ ਧਰਤੀ ਧੰਨ ਧੰਨ ਕਰਦੀ ਹੈ ਗੁਰੂ ਮਹਾਰਾਜ ਦੀ ਕਿਰਪਾ, ਐਸੀ ਬਖਸ਼ਿਸ਼ ਐਸੀ ਹੋਈ, ਰਾਏਕੋਟ ਦੀ ਧਰਤੀ ਪੂਜਣ ਯੋਗ ਹੋ ਗਈ ਗੁਰਮੁਖ। ਇੱਥੇ ਮੇਰੇ ਸਤਿਗੁਰ ਨੇ ਖਾਲਸਾ ਰਾਜ ਹੋਣ ਦਾ ਵਰ ਦਿੱਤਾ ਸੀ। ਜਿਹੜਾ ਨੂਰਾ ਮਾਹੀ ਸੀ, ਇਹਦੇ ਬਾਰੇ ਗੁਰਮੁਖ ਪਿਆਰਿਓ ਅਜੇ ਖੋਜ ਚੱਲ ਰਹੀ। ਕਈਆਂ ਨੇ ਦੱਸਿਆ ਕਿ ਰਾਏਕੋਟ ਦੇ ਨੇੜੇ ਇੱਕ ਨੂਰਪੁਰਾ ਪਿੰਡ ਪੈਂਦਾ ਹੈ, ਉਹ ਕਹਿੰਦੇ ਸਾਡੇ ਪਿੰਡ ਦਾ ਹੋਇਆ ਨੂਰਾ ਮਾਹੀ। ਲੰਮੇ ਦੇ ਨਾਲ ਹੀ ਜਿਹੜਾ ਜੱਟਪੁਰਾ ਪਿੰਡ ਹੈ, ਉੱਥੇ ਵੀ ਇੱਕ ਪੱਤੀ ਹੈ। ਅਸੀਂ ਦਰਸ਼ਨ ਕਰਨ ਗਏ ਸੀ, ਜਦੋਂ ਪੁੱਛਿਆ, ਕਿਉਂਕਿ ਇਤਿਹਾਸ ਦਾ ਪਤਾ ਕਰਨਾ ਪੈਂਦਾ, ਪੜਤਾਲ ਕਰਨੀ ਪੈਂਦੀ ਹੈ ਗੁਰਮੁਖ ਪਿਆਰਿਓ। ਜਦੋਂ ਜਾ ਕੇ ਪੁੱਛਿਆ ਜੱਟਪੁਰੇ, ਉਹ ਨੂਰਾ ਪੱਤੀ ਵੱਜਦੀ ਆ, ਉਹ ਕਹਿੰਦੇ ਸਾਡੇ ਪਿੰਡ ਦਾ ਹੋਇਆ। ਲੰਮੇ ਵਾਲੇ ਕਹਿੰਦੇ ਸਾਡੇ ਪਿੰਡ ਦਾ ਹੋਇਆ। ਚਲੋ ਹੋਇਆ ਰਾਏਕੋਟ ਦੀ ਧਰਤੀ ਦਾ ਹੀ ਹੈ ਗੁਰਮੁਖ। ਪਹਿਲਾਂ ਜਿਹੜਾ ਲੰਮਾ ਤੇ ਜੱਟਪੁਰਾ ਪਿੰਡ ਹੈ, ਇਹ ਰਾਏ ਕੱਲੇ ਦੇ ਅਧੀਨ ਸੀ, ਪਰ ਇੱਥੋਂ ਦੇ ਭਾਈ ਰਣਧੀਰ ਸਿੰਘ ਹੋਣੀ, ਕੁਲਾ ਜੱਟ ਤਤਲੇ, ਉਹਨਾਂ ਨੇ ਮਾਇਆ ਦੇ ਕੇ ਫਿਰ ਇਹ ਆਪਣੇ ਨਗਰ ਅੱਡ ਵਸਾ ਲਏ ਸੀ ਗੁਰੂ। ਦੋਵੇਂ ਥਾਵਾਂ ਪੂਜਣ ਯੋਗ ਨੇ, ਦੋਵੇਂ ਥਾਵਾਂ ਤੇ ਸਥਾਨ ਬਣੇ ਹੋਏ ਐ। ਸੋ ਅੱਜ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਦੇ ਦਿਨ ਚੱਲਦੇ ਕਰਕੇ ਮੈਂ ਉਹ ਵਿਚਾਰ ਕੀਤੀ ਹੈ। ਇਸ ਤਰ੍ਹਾਂ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ। ਦੇਖੋ ਸਾਡੀ ਖਾਤਰ ਮਹਾਰਾਜ ਨੇ ਕੁਰਬਾਨੀਆਂ ਕੀਤੀਆਂ, ਤੇ ਆਪਾਂ ਨੂੰ ਵੀ ਚਾਹੀਦਾ ਭਾਈ ਉਹ ਸਮਾਂ ਯਾਦ ਕਰੀਏ, ਆਪਣੇ ਬੱਚਿਆਂ ਨੂੰ ਦੱਸੀਏ ਵੀ ਇਦਾਂ ਦਾ ਸਾਡਾ ਇਤਿਹਾਸ ਹੈ। ਜਿਹੜੇ ਕਹਿੰਦੇ ਨੇ ਬਾਣੀ ਪੜ੍ਹਨ ਦਾ ਕੀ ਫਾਇਦਾ, ਅੰਮ੍ਰਿਤ ਛਕਣ ਦਾ ਕੀ ਫਾਇਦਾ ਹੈ, ਆਹ ਫਾਇਦਾ ਜਿਨ੍ਹਾਂ ਨੇ ਬਾਣੀ ਪੜ੍ਹੀ, ਅੰਮ੍ਰਿਤ ਛਕਿਆ ਸੀ, ਉਹ ਨਾ ਤਾਂ ਕਿਸੇ ਲਾਲਚ ਵਿੱਚ ਆਏ ਗੁਰਮੁਖ, ਨਾ ਹੀ ਦੁੱਖਾਂ ਤੋਂ ਘਬਰਾਏ। ਕਿੰਨੀਆਂ ਤਕਲੀਫਾਂ ਸਭ ਸਰੀਰਾਂ ਤੇ ਝੱਲੀਆਂ। ਮੇਨ ਗੱਲ ਯਾਦ ਰੱਖਿਓ, ਉਹਨਾਂ ਨੇ ਧਰਮ ਨਹੀਂ ਸੀ ਛੱਡਿਆ, ਤੇ ਜਿਹੜਾ ਅੱਜ ਆਪਾਂ ਛੱਡ ਰਹੇ ਹਾਂ ਗੁਰਮੁਖ। ਸਿੱਖ ਪਰਿਵਾਰਾਂ ਚੋਂ ਬਥੇਰੇ ਆ ਜਿਹੜੇ ਕੇਸ ਕਤਲ ਕਰਾਈ ਫਿਰਦੇ ਆ। 80% ਲੋਕ ਨਸ਼ਿਆਂ ਤੇ ਲੱਗ ਗਏ ਗੁਰਮੁਖ। ਪਤਤਪੁਣਾ ਜਿਹੜਾ ਵਧਿਆ, ਆਪਣਾ ਵਿਰਸਾ ਸੰਭਾਲੋ, ਆਪਣੇ ਆਪ ਨੂੰ ਗੁਰੂ ਘਰ ਨਾਲ ਜੋੜੋ। ਹਾਂ, ਜਿਹੜਾ ਕੋਈ ਰੱਬ ਦੀ ਗੱਲ ਸੁਣਾਉਂਦਾ ਹੈ,
ਕਿਸੇ ਦਾ ਭਲਾ ਕਰਦਾ। ਸਭ ਮਹਾਂਪੁਰਸ਼ ਸਤਿਕਾਰਯੋਗ ਨੇ, ਜਿੱਥੇ ਜਿਹੜੇ ਧਰਮ 'ਚ ਹੈ ਸਭ ਦਾ ਸਤਿਕਾਰ ਹੈ। ਸਭ ਨੂੰ ਚਾਹੀਦਾ ਆਪੋ ਆਪਣੇ ਧਰਮ 'ਚ ਪੱਕੇ ਹੋਈਏ ਗੁਰਮੁਖੋ। ਪਰ ਚਾਹੇ ਕੋਈ ਹਿੰਦੂ ਸੀ ਚਾਹੇ ਮੁਸਲਮਾਨ ਸੀ, ਜਿਹੜਾ ਗੁਰੂ ਘਰ ਦੇ ਚਰਨੀ ਲੱਗ ਗਿਆ ਉਹਦੀ ਪੂਜਾ ਹੋਰਾਂ ਨਾਲੋਂ ਜ਼ਿਆਦਾ ਹੈ। ਆਖੋ ਸਤਨਾਮ। ਪੀਰ ਫਕੀਰ ਮੁਸਲਮਾਨਾਂ 'ਚ ਵੜੇ ਹੋਏ, ਪਰ ਜੇ ਬਾਬਾ ਫਰੀਦ ਜੀ ਦਾ ਮੇਲ ਗੁਰੂ ਨਾਨਕ ਸਾਹਿਬ ਨਾਲ ਹੋ ਗਿਆ, ਅੱਜ ਦੇਖੋ ਫਿਰ ਸਭ ਥਾਵਾਂ ਤੇ ਪੂਜਾ। ਉਹ ਤਾਂ ਚਲੋ ਫਕੀਰ ਸੀ, ਉਹਨਾਂ ਨੂੰ ਕਿਹੜਾ ਕੋਈ ਭਗਤੀ ਕਰਨ ਤੋਂ ਰੋਕਦਾ ਸੀ। ਇੱਥੇ ਤਾਂ ਸਤਿਗੁਰ ਕਬੀਰ ਜੀ ਵਰਗੇ, ਸਤਿਗੁਰ ਰਵਿਦਾਸ ਜੀ ਵਰਗੇ, ਬੱਕਰੇ ਵੱਢਣ ਵਾਲੇ ਸਦਨੇ ਕਸਾਈ ਵਰਗੇ, ਉਹ ਵੀ ਜੇ ਗੁਰੂ ਘਰ ਦੇ ਚਰਨੀ ਲਾਗੇ ਭਜਨ ਕਰਨ ਲਾਗੇ ਗੁਰਮੁਖ ਪਿਆਰਿਓ, ਅੱਜ ਉਹਨਾਂ ਦਾ ਵੀ ਸਤਿਕਾਰ ਹੈ। ਕਹਿੰਦੇ ਆ ਨਾ, ਜਿਸ ਨੀਚ ਕੋ ਕੋਏ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ। ਇੱਥੇ ਮੱਥਾ ਟੇਕਿਆ, ਇੱਥੇ ਵੀ ਬਰਾਬਰ ਬੈਠੇ ਆ। ਹਰਮੰਦਰ ਸਾਹਿਬ ਜਾਣੇ, ਉੱਥੇ ਵੀ ਬੈਠੇ ਆ, ਸਾਰੇ ਮਾਲਕ ਬਣੇ। ਜੋਤੀ ਸਰੂਪ ਸਾਹਿਬ, ਫਤਿਹਗੜ੍ਹ ਸਾਹਿਬ ਸੰਗਤਾਂ ਗਈਆਂ, ਉੱਥੇ ਵੀ ਬਰਾਬਰੀ ਬੈਠੇ ਆ ਸਾਰੇ। ਹੇਮਕੁੰਟ ਸਾਹਿਬ ਚੱਲ ਜਾ, ਹਜੂਰ ਸਾਹਿਬ ਚੱਲ ਜਾ, ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਵਗ ਜਾ, ਜਦੋਂ ਗੁਰੂ ਮਹਾਰਾਜ ਨੂੰ ਮੱਥਾ ਟੇਕਦਾ ਉਹ ਸਾਰਿਆਂ ਨੂੰ ਟਿਕ ਰਿਹਾ ਹੈ। ਆਖੋ ਸਤਨਾਮ। ਇਸ ਕਰਕੇ ਆਪਾਂ ਵੀ ਜੇ ਚਾਹੁੰਦੇ ਆ ਨਾ ਸਾਡੀ ਕਦਰ ਪੈ ਜੇ, ਸਾਡਾ ਸਤਿਕਾਰ ਹੋਵੇ, ਤਾਂ ਭਾਈ ਭਜਨ ਕਰਨਾ ਸ਼ੁਰੂ ਕਰੋ, ਬਾਣੀ ਪੜਿਆ ਕਰੋ। ਬੱਚੇ ਬੱਚੀਆਂ ਸਕੂਲਾਂ ਕਾਲਜਾਂ ਦੀ ਵਿਦਿਆ ਵੀ ਪੜੋ, ਨਾਲ ਨਾਲ ਨਿਤਨੇਮ ਵੀ ਕਰਿਆ ਕਰੋ। ਗ੍ਰਸਤੀ ਬੈਠੇ ਹੋ, ਜੇ ਕੰਮ ਧੰਦਾ ਚਾਹੇ ਕੋਈ ਸਰਕਾਰੀ ਪ੍ਰਾਈਵੇਟ ਨੌਕਰੀ ਕਰਦਾ ਹੈ, ਦਿਨੇ ਕੰਮ ਧੰਦਾ ਕਰੋ, ਸਵੇਰੇ ਉੱਠ ਕੇ ਨਿਤਨੇਮ ਕਰੋ, ਸ਼ਾਮ ਨੂੰ ਵੀ ਸੌਣ ਤੋਂ ਪਹਿਲਾਂ ਪ੍ਰਸ਼ਾਦਾ ਛਕ ਕੇ ਭਜਨ ਜ਼ਰੂਰ ਕਰਿਆ ਕਰੋ। ਗੁਰੂ ਕਿਰਤ ਕਰੋ ਸੱਚੀ। ਜਿੱਥੇ ਰੱਬ ਦਾ ਨਾਮ ਲਿਆ ਜਾਂਦਾ ਹੈ ਉੱਥੇ ਬਰਕਤਾਂ ਜ਼ਰੂਰ ਆਉਂਦੀਆਂ। ਇਸ ਕਰਕੇ ਸਾਰੀ ਸੰਗਤ ਮਹਾਰਾਜ ਦੇ ਲੜ ਲੱਗੋ। ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਵੀਰ, ਉਹ ਵੀ ਸਾਰੇ ਭਾਈ ਜਿਹੜੇ ਸੁਣਦੇ ਆ, ਗੁਰਬਾਣੀ ਜ਼ਰੂਰ ਪੜੋ, ਬੇਈਮਾਨੀਆਂ ਛੱਡ ਕੇ ਸੱਚੀ ਕਿਰਤ ਆਪਾਂ ਕਰੀਏ। ਜਿੰਨਾ ਕੁ ਹੋ ਸਕੇ, ਜਿਹੇ ਜੀ ਵੀ ਸਹਾਇਤਾ ਹੋ ਸਕਦੀ ਹੈ ਲੋੜਵੰਦ ਦੀ ਜ਼ਰੂਰ ਕਰੋ। ਨੂਰੇ ਮਾਹੀ ਨੇ ਦੇਖੋ ਦੱਸਿਆ ਸੀ ਨਾ ਮਹਾਰਾਜ ਨੂੰ, ਤੁਸੀਂ ਸੁਣਿਆ ਹੈ ਵੀ ਉੱਥੇ ਮਹਿਰਾ ਸਿੱਖ ਹੋਇਆ ਹੈ ਮੋਤੀ ਰਾਮ। ਠੀਕ ਹੈ, ਉਹ ਬਾਦਸ਼ਾਹ ਦੇ ਨਾਲ ਲੜ ਨਹੀਂ ਸੀ ਸਕਦਾ, ਠੀਕ ਹੈ, ਉਹ ਬੋਲ ਨਹੀਂ ਸੀ ਸਕਦਾ ਕਿਉਂਕਿ ਨੌਕਰੀ ਕਰਦਾ ਸੀ ਉੱਥੇ ਹੀ, ਪਰ ਜਿਹੇ ਜੀ ਹੋਈ ਸੇਵਾ ਨਿਭਾਈ, ਦੁੱਧ ਹੀ ਪਿਆਤਾ ਗੁਰਮੁਖ। ਉਹ ਦੁੱਧ ਪਿਉਣ ਕਰਕੇ ਹੀ ਅੱਜ ਉਹਦੀ ਵੀ ਫਤਿਹਗੜ੍ਹ ਸਾਹਿਬ ਪੂਜਾ ਹੋ ਰਹੀ ਹੈ, ਗੁਰਦੁਆਰਾ ਸਾਹਿਬ ਬਣਿਆ। ਬਾਅਦ ਚ ਭਾਵੇਂ ਸੂਬੇ ਸਰਹੰਦ ਨੇ, ਉਹਦਾ ਵੀ ਪਰਿਵਾਰ ਕੋਲੂ ਪੀੜਤਾ ਸੀ, ਘਰ ਵਾਲੀ, ਮਾਤਾ, ਬੱਚੇ ਕੋਲੂ ਰਾਹੀਂ ਪੀੜ ਕੇ ਅਨੇਕਾਂ ਤਸੀਹੇ ਦੇ ਕੇ ਮੋਤੀ ਰਾਮ ਨੂੰ ਸ਼ਹੀਦ ਕੀਤਾ। ਪਰ ਜ਼ਾਲਮ ਦਾ ਰਿਹਾ ਕੀ ਹੈ ਗੁਰਮੁਖ। ਚੱਪੜ ਜਿਹੜੀ ਦੇ ਮੈਦਾਨ ਵਿੱਚ ਬੰਦਾ ਸਿੰਘ ਬਹਾਦਰ ਨੇ ਮਾਰਤਾ, ਉਹਦੀ ਕਿਤੇ ਕਬਰ ਵੀ ਨਹੀਂ ਬਣੀ ਗੁਰਮੁਖ। ਤੇ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਸੀ, ਤੇ ਬੰਦਾ ਸਿੰਘ ਬਹਾਦਰ ਨੇ ਫਿਰ ਸਰਹੰਦ ਨੂੰ ਫਨਾਹ ਕਰਕੇ ਇਹਦਾ ਨਾਮ ਗੁਰੂ ਕੇ ਸਾਹਿਬਜ਼ਾਦੇ ਫਤਿਹ ਸਿੰਘ ਦੇ ਨਾਮ ਤੇ ਫਤਿਹਗੜ੍ਹ ਸਾਹਿਬ ਰੱਖਿਆ ਗੁਰਮੁਖ। ਸੂਬੇ ਦੀ ਕੋਈ ਨਿਸ਼ਾਨੀ ਨਹੀਂ, ਯਾਦਗਾਰ ਨਹੀਂ, ਤੇ ਉੱਥੇ ਸਾਹਿਬਜ਼ਾਦਿਆਂ ਨੂੰ ਨਮਸਕਾਰਾਂ ਹੁੰਦੀਆਂ। ਇਹ ਹੈ ਬਾਣੀ ਨਾਲ ਜੁੜਨ ਦਾ ਫਲ। ਸੋ ਲਓ, ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ। ਜਥਾ ਆ ਚੁੱਕਿਆ ਅਗਲਾ, ਉਹਨਾਂ ਨੇ ਵੀ ਆਪਣਾ ਸਮਾਂ ਪ੍ਰੋਗਰਾਮ ਦੇਣਾ ਹੈ। ਸਾਡੇ ਵੱਲੋਂ ਹੋਈਆਂ तमाम ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਪਿਛਲੇ ਸਾਲ ਵੀ ਹਾਜ਼ਰੀ ਭਰੀ ਸੀ, ਐਤਕੀ ਵੀ ਸਮਾਂ ਹੈ ਨਹੀਂ ਸੀ, ਪ੍ਰੋਗਰਾਮ ਜ਼ਿਆਦਾ ਸੀਗੇ, ਪਰ ਸੰਗਤ ਦਾ ਹੁਕਮ ਸੀ, ਚਲੋ ਇਹਨਾਂ ਨੇ ਵੀ ਦਿਨ ਬਦਲ ਲਿਆ ਤੇ ਸਾਨੂੰ ਵੀ ਮਹਾਰਾਜ ਨੇ ਕਿਰਪਾ ਕੀਤੀ, ਕਿਉਂਕਿ ਕੀਤਾ ਨਹੀਂ ਜਾ ਰਿਹਾ, ਉਹਦੀ ਰਹਿਮਤ ਨਾਲ ਹੋ ਰਿਹਾ ਹੈ। ਗੁਰੂ ਹਾਜ਼ਰੀ ਭਰਨ ਦਾ ਸਮਾਂ ਮਿਲਿਆ, ਤੁਹਾਡੀ ਔਰ ਗੁਰੂ ਸਾਹਿਬ ਦੀ ਸੇਵਾ ਕਰਦਿਆਂ, ਇਤਿਹਾਸ ਵਿਚਾਰਦਿਆਂ, ਬਾਣੀ ਦੀ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ। ਆਪ ਜੀ ਨੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀ ਹੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਆਏ ਹੋਏ ਜਥੇ ਨੂੰ ਜੀ ਆਇਆਂ ਨੂੰ, ਮਾਈ ਭਾਈ ਨੇ ਬੈਠ ਕੇ ਪ੍ਰੇਮ ਨਾਲ ਸੁਣਿਆ। ਮਾਲਕ ਤੁਹਾਡੀ ਵੀ ਹਾਜ਼ਰੀ ਪ੍ਰਵਾਨ ਕਰੇ। ਸਾਰੇ ਹੀ ਪ੍ਰਬੰਧਕ ਸਹਿਬਾਨਾਂ ਦਾ, ਡੱਲਾ ਮੱਲੀਆਂ ਨਗਰ ਦੀ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰ ਚੜ੍ਹਦੀ ਕਲਾ, ਦਿਨ ਦੁੱਗਣਾ ਰਾਤ ਚੌਗੁਣੀ ਤਰੱਕੀ ਬਖਸ਼ੇ। ਅੱਗੇ ਨੂੰ ਵੀ ਇਹੋ ਜਿਹੇ ਪ੍ਰੋਗਰਾਮ ਕਰਨ ਦਾ ਆਪਾਂ ਨੂੰ ਬਲ ਬਖਸ਼ੇ। ਸੋ ਡੇਰਾ ਬਾਬਾ ਨਾਨਕ ਤੋਂ ਵੀ ਸਤਿਕਾਰਯੋਗ ਬਾਬਾ ਜੀ ਆਏ ਆ, YouTube ਦੇ ਜਰੀਏ ਪ੍ਰੋਗਰਾਮ ਸੁਣਦੇ ਹੁੰਦੇ ਸੀ। ਮੈਨੂੰ ਕਹਿੰਦੇ ਜੀ ਜ਼ਰੂਰ ਮਿਲਣਾ ਹੈ, ਤੇ ਇਹਨਾਂ ਨੂੰ ਦੱਸਿਆ ਵੀ ਨੇੜੇ ਤੁਹਾਡੇ ਪ੍ਰੋਗਰਾਮ ਇਹ ਵੀ ਆਏ ਨੇ। ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਫੌਜੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਰਤਨ ਸਿੰਘ ਜੀ, ਮਾਲਕ ਇਹਨਾਂ ਦੀ ਵੀ ਹਾਜ਼ਰੀ ਪ੍ਰਵਾਨ ਕਰੇ। ਸੋ ਮੇਰੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਪ੍ਰੋਗਰਾਮ ਅਗਲੇ ਜਥੇ ਕੋਲੋਂ ਸਰਵਣ ਕਰੋ, ਜਿਸ ਤਰ੍ਹਾਂ ਪ੍ਰਬੰਧਕਾਂ ਦਾ ਪ੍ਰੋਗਰਾਮ ਲਿਖਿਆ ਹੈ। ਸਾਰੇ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।